ਇਹ ਵੀਡੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਵਿੱਚ ਆ ਚੁੱਕੀਆਂ ਅਸ਼ੁੱਧੀਆਂ ਬਾਰੇ ਇੱਕ ਸਮੀਖਿਆ ਜਾਂ ਕਮੈਂਟਰੀ ਹੈ, ਜਿਸ ਦਾ ਮਕਸਦ ਸਰੋਤਿਆਂ ਦੇ ਧਿਆਨ ਗੋਚਰੇ 3 ਗੱਲਾਂ ਪੇਸ਼ ਕਰਨਾ ਹੈ। ਪਹਿਲੇ ਕਿ ਵਾਸਤਵਿਕ ਹਕੀਕਤ ਜਾਂ ਅਸਲੀਅਤ ਕੀ ਹੈ, ਭਾਵ ਤੱਥਾਂ ਦੀ ਵਿਚਾਰ। ਦੂਜਾ ਵਿਸ਼ੇ ਦਾ ਪਿਛੋਕੜ ਅਤੇ ਤੀਜਾ ਕਿ ਇਸ ਦਾ ਸਮਾਧਾਨ ਜਾਂ ਸੁਲਝਾਓ ਕੀ ਹੈ। ਦਰਅਸਲ ਗੁਰਬਾਣੀ ਵਿਚਲੀਆਂ ਅਸ਼ੁੱਧੀਆਂ ਦਾ ਵਿਸ਼ਾ ਪਿਛਲੇ ਦਿਨੀ ਸਿੱਖ ਜਗਤ ਦੇ ਸਾਹਮਣੇ ਖੁੱਲ੍ਹ ਕੇ ਆਉਣ ਦੇ 2 ਕਾਰਨ ਹਨ। ਪਹਿਲਾ ਇਹ ਕਿ ਸਰਦਾਰ ਧਰਮਿੰਦਰ ਸਿੰਘ ਆਨੰਦ ਨੇ ਆਪਣੇ ਵੈਬਸਾਈਟ ਸਿੱਖ ਬੁੱਕ ਕਲੱਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਿਤ ਕਰਕੇ ਸਿੱਖ ਜਗਤ ਨੂੰ ਸੂਚੀ ਦਿੱਤੀ ਕਿ ਉਹਨਾਂ ਵੱਲੋਂ ਗੁਰਬਾਣੀ ਵਿਚਲੀਆਂ ਪੈ ਚੁੱਕੀਆਂ ਅਸ਼ੁੱਧੀਆਂ ਦੀ ਸੁਧਾਈ ਦਾ ਯਤਨ ਪੇਸ਼ ਹੈ। ਅਤੇ ਦੂਜਾ ਕਾਰਨ ਸ੍ਰੀ ਅਕਾਲ ਤਖਤ ਵੱਲੋਂ ਕੀਤੀ ਤੁਰੰਤ ਤੇ ਤਤਕਾਲ ਕਾਰਵਾਈ ਵਾਲਾ ਐਲਾਨ ਹੈ, ਜਿਸ ਰਾਹੀਂ ਸਰਦਾਰ ਧਰਮਿੰਦਰ ਸਿੰਘ ਆਨੰਦ ਨੂੰ ਤਨਖਾਹੀਆ ਕਰਾਰ ਕੀਤਾ ਗਿਆ, ਜਿਸ ਦੀ ਸੰਭਾਵਨਾ ਪੰਥ ਵਿੱਚੋਂ ਛੇਕੇ ਜਾਣ ਦੀ ਹੋ ਸਕਦੀ ਹੈ। ਵੈਸੇ ਉਹ ਪਹਿਲਾ ਸਿੱਖ ਨਹੀਂ ਜਿਸ ਦੇ ਸਿਰ ਤੇ ਇਸ ਵਿਸ਼ੇ ਕਾਰਨ ਪੰਥ ਵਿੱਚੋਂ ਛੇਕੇ ਜਾਣ ਦੀ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ। 1993 ਵਿੱਚ ਡਾਕਟਰ ਪਿਆਰ ਸਿੰਘ, ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰੋਫੈਸਰ ਸਨ, ਆਪਣੀ ਪੁਸਤਕ ਗਾਥਾ ਸ੍ਰੀ ਆਦਿ ਗ੍ਰੰਥ ਛਾਪਣ ਦੇ ਸਬੰਧ ਵਿੱਚ ਪੰਥ ਵਿੱਚੋਂ ਛੇਕੇ ਗਏ ਸੀ। ਇਹ ਕਿਤਾਬ ਅੰਗਰੇਜ਼ੀ ਵਿੱਚ ਮਿਸ਼ੀਗਨ ਯੂਨੀਵਰਸਿਟੀ USA ਨੇ ਛਾਪੀ ਸੀ ਅਤੇ ਇਸ ਦਾ ਪੰਜਾਬੀ ਅਨੁਵਾਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਵੱਲੋਂ ਛਾਪਿਆ ਸੀ। ਅਕਾਲ ਤਖਤ ਨੇ ਇਸ ਕਿਤਾਬ ਉੱਤੇ ਪਾਬੰਦੀ ਵੀ ਲਗਾਈ ਸੀ। ਗੁਰਬਾਣੀ ਦੇ ਖੋਜੀ GB ਸਿੰਘ ਨੇ 1944 ਵਿੱਚ ਇਸੇ ਵਿਸ਼ੇ ਸੰਬੰਧੀ ਇੱਕ ਪੁਸਤਕ ਛਾਪੀ ਸੀ, ਜਿਸ ਦਾ ਸਿਰਲੇਖ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਾਚੀਨ ਬੀੜਾਂ। ਉਹਨਾਂ ਨੂੰ ਪੰਥ ਵਿੱਚੋਂ ਛੇਕੇ ਜਾਣਾ ਉਹਨਾਂ ਦੀ ਮੌਤ ਨੇ ਬਚਾਇਆ, ਜੋ ਕਿ 1968 ਵਿੱਚ ਹੋਈ ਸੀ। ਫਰਕ ਹੁਣ ਇਹ ਹੈ ਕਿ ਧਰਮਿੰਦਰ ਸਿੰਘ ਨੂੰ ਖਾਮੋਸ਼ ਕਰਨ ਦੀ ਕਿਰਿਆ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੇ ਬਗਲ ਵਿੱਚ ਕੀਤੀ ਜਾ ਰਹੀ ਹੈ, ਭਾਵ ਸਿੱਖ ਜਗਤ ਦੀਆਂ ਨਜ਼ਰਾਂ ਸਾਹਮਣੇ ਇਸ ਵਿਸ਼ੇ ਨੂੰ ਠੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਰਾ ਆਪਣਾ ਨਿਰਧਾਰਨ ਇਹ ਹੈ ਕਿ ਧਰਮਿੰਦਰ ਸਿੰਘ ਦੇ ਕਾਰਜ ਅਤੇ ਅਕਾਲ ਤਖਤ ਦੇ ਫੈਸਲੇ ਨੇ ਗੁਰਬਾਣੀ ਵਿਚਲੀਆਂ ਅਸ਼ੁੱਧੀਆਂ ਦੇ ਵਿਸ਼ੇ ਨੂੰ ਇਸ ਤਰੀਕੇ ਨਾਲ ਪ੍ਰਗਟਾ ਦਿੱਤਾ ਹੈ ਕਿ ਇਸ ਨੂੰ ਹੁਣ ਠੱਪਣਾ ਨਾਮੁਮਕਿਨ ਸਾਬਤ ਹੋਵੇਗਾ। ਮੇਰਾ ਇਹ ਵੀ ਨਿਰਧਾਰਨ ਹੈ ਕਿ ਗੁਰਬਾਣੀ ਵਿਚਲੀਆਂ ਅਸ਼ੁੱਧੀਆਂ ਦਾ ਵਿਸ਼ਾ ਸਿੱਖ ਪੰਥ ਦਾ ਕੇਂਦਰੀ, ਅਹਿਮ ਅਤੇ ਮਹੱਤਵਪੂਰਨ ਵਿਸ਼ਾ ਬਣ ਕੇ ਰਹੇਗਾ, ਖਾਸ ਕਰਕੇ ਗੁਰਬਾਣੀ ਨਾਲ ਸਨੇਹ ਅਤੇ ਪਿਆਰ ਰੱਖਣ ਵਾਲੇ ਸਿੱਖਾਂ ਲਈ। ਇਹ ਇੱਕ ਐਸਾ ਮਸਲਾ ਹੈ ਜਿਸ ਦਾ ਹੱਲ ਜਿੰਨਾ ਗੁੰਝਲਦਾਰ, ਜਟਲ ਅਤੇ ਕਠਿਨ ਹੈ, ਓਨਾ ਹੀ ਨਾਜ਼ੁਕ, ਸੰਵੇਦਨਸ਼ੀਲ ਅਤੇ ਜਜ਼ਬਾਤੀ ਵੀ ਹੈ। ਸਿੱਖ ਜਗਤ ਨੂੰ ਇਸ ਵਿਸ਼ੇ ਦਾ ਸਾਹਮਣਾ ਕਰਨ ਲਈ ਤਤਪਰ ਹੋਣਾ ਜ਼ਰੂਰੀ ਹੈ। ਇਹ ਵੀਡੀਓ ਇਸ ਨਿਸ਼ਾਨੇ ਵੱਲ ਦਾ ਇੱਕ ਉਪਰਾਲਾ ਹੈ। ਸੋ ਗੱਲ ਤੱਥਾਂ ਤੋਂ ਸ਼ੁਰੂ ਕਰੀਏ। ਵਾਸਤਵਿਕ ਹਕੀਕਤ ਇਹ ਹੈ ਤੇ ਇਹ ਅਸਲੀਅਤ ਦੁਖਦਾਈ ਭਾਵੇਂ ਰੱਜ ਕੇ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਛਪੀਆਂ ਪੀੜਾਂ ਵਿੱਚ ਅਣਗਿਣਤ ਅਸ਼ੁੱਧੀਆਂ ਪੈ ਚੁੱਕੀਆਂ ਹਨ। ਕਈ ਸਿੱਖਾਂ ਦੇ ਹਿਰਦਿਆਂ ਨੂੰ ਐਸੀ ਸ਼ਬਦਾਵਲੀ ਵਰਤਣ ਨਾਲ ਠੇਸ ਪਹੁੰਚਦੀ ਹੈ। ਉਹਨਾਂ ਦਾ ਵਿਸ਼ਵਾਸ ਇਸ ਗੱਲ 'ਤੇ ਨਿਰਭਰ ਹੈ ਕਿ ਕਿਉਂਕਿ ਗੁਰਬਾਣੀ ਸਾਡਾ ਗੁਰੂ ਹੈ, ਇਸ ਕਰਕੇ ਇਸ ਵਿੱਚ ਅਸ਼ੁੱਧੀਆਂ, ਗਲਤੀਆਂ ਜਾਂ ਖਾਮੀਆਂ ਹੋ ਨਹੀਂ ਸਕਦੀਆਂ। ਸਾਡੇ ਵਿੱਚ ਕਈ ਉਹ ਵੀ ਹਨ ਜਿਹੜੇ ਇਹ ਸੋਚ ਰੱਖਦੇ ਹਨ ਕਿ
ਗੁਰਬਾਣੀ ਵਿੱਚ ਅਸ਼ੁੱਧੀਆਂ ਕਹਿਣਾ ਹੀ ਕੁਫਰ ਹੈ ਅਤੇ ਗੁਰੂ ਦੀ ਬੇਅਦਬੀ ਸਮਾਨ ਹੈ। ਉਹਨਾਂ ਦੀ ਮੰਗ ਇਹ ਹੈ ਕਿ ਅਜਿਹਾ ਕੁਫਰ ਤੋਲਣ ਵਾਲਿਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਤੇ ਬਣਦੀ ਹੈ। ਮਸਲਨ ਭਾਈ ਜੋਧ ਸਿੰਘ, ਜਿਨ੍ਹਾਂ ਨੇ ਆਪਣੀ 1947 ਵਾਲੀ ਪੁਸਤਕ ਪ੍ਰਾਚੀਨ ਬੀੜਾਂ ਬਾਰੇ ਭੁੱਲਾਂ ਦੀ ਸੋਧਾਂ, ਜਿਸ ਰਾਹੀਂ ਉਹਨਾਂ GB ਸਿੰਘ ਨੂੰ ਜਵਾਬ ਦਿੱਤਾ ਹੈ, ਉਸ ਵਿੱਚ ਉਹਨਾਂ ਲਿਖਿਆ ਕਿ ਜੇਕਰ ਅਸੀਂ ਇਹ ਸਵੀਕਾਰ ਕਰ ਲਈਏ ਕਿ ਵਾਕਿਆ ਗੁਰਬਾਣੀ ਵਿੱਚ ਅਣਗਿਣਤ ਅਸ਼ੁੱਧੀਆਂ ਹਨ ਤਾਂ ਸਿੱਖੀ ਨੂੰ ਡੂੰਘੀ ਸੱਟ ਲੱਗੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੁਰ ਬਾਣੀ ਹੈ ਅਤੇ ਧੁਰ ਬਾਣੀ ਵਿੱਚ ਅਸ਼ੁੱਧੀਆਂ ਬਿਲਕੁਲ ਹੋ ਨਹੀਂ ਸਕਦੀਆਂ। ਪਿਆਰਿਓ, ਅਜਿਹੀ ਮਾਨਸਿਕਤਾ ਤਿਆਗਣ ਦੀ ਜ਼ਰੂਰਤ ਹੈ, ਕਿਉਂਕਿ ਅਜਿਹੀ ਵਿਚਾਰਧਾਰਾ ਨੇ ਸਾਨੂੰ ਇਸ ਵਿਸ਼ੇ ਬਾਰੇ ਖੁੱਲ੍ਹ ਕੇ ਤਰਕਸ਼ੀਲ ਤਰੀਕੇ ਨਾਲ ਵਿਚਾਰ ਕਰਨ ਅਤੇ ਇਸ ਦਾ ਹੱਲ ਲੱਭਣ ਤੋਂ ਰੋਕ ਰੱਖਿਆ ਹੈ। ਸੋ ਆਓ ਤੱਥਾਂ ਵੱਲ ਵਾਪਸ ਆਈਏ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਸ਼ਾਇਦ ਸਿੱਖ ਜਗਤ ਦੇ ਪਹਿਲੇ ਸਿੱਖ ਹਨ ਜਿਨ੍ਹਾਂ ਨੇ 1918 ਵਿੱਚ ਪਹਿਲੇ ਆਪਣੇ ਲੇਖਾਂ ਦੁਆਰਾ, ਫਿਰ ਆਪਣੀ ਪੁਸਤਕ ਗੁਰ ਗਿਰਾ ਕਸੌਟੀ ਰਾਹੀਂ ਇਹ ਵਿਸ਼ਾ ਸਾਡੇ ਧਿਆਨ ਗੋਚਰੇ ਲਿਆਂਦਾ। ਸਿੱਖ ਪੰਥ ਦੇ ਸਿਰਮੌਰ ਅਤੇ ਉੱਘੇ ਗੁਰਬਾਣੀ ਦੇ ਖੋਜੀ ਅਤੇ ਇਸ ਵਿਸ਼ੇ ਦੇ ਮਾਹਰ ਗਿਆਨੀ ਜਗਤਾਰ ਸਿੰਘ ਜੀ ਜਾਚਕ ਗੁਰਬਾਣੀ ਵਿੱਚ ਪੈ ਚੁੱਕੀਆਂ ਅਸ਼ੁੱਧੀਆਂ ਬਾਰੇ ਇੰਜ ਬਿਆਨ ਕਰਦੇ ਹਨ। ਮੈਂ ਅੱਜ ਐਲਾਨ ਕਹਿਣਾ ਵੀ ਹਜ਼ਾਰਾਂ ਹੀ ਉਤਾਰੇ ਹੋਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀਆਂ ਕੀਤੇ, ਕੋਈ ਇੱਕ ਬੀੜ ਵੀ ਦੂਜੀ ਬੀੜ ਨਾਲ ਮਿਲਦੀ ਦਿਖਾ ਦਿਓ। ਸਭ ਤੋਂ ਪਹਿਲੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਮਸਲੇ ਦੀ ਜੜ ਬੀੜਾਂ ਦੇ ਉਤਾਰੇ, ਬੀੜਾਂ ਦੀ ਛਪਾਈ, ਸਫ਼ਿਆਂ ਦੀ ਟਾਈਪ ਸੈਟਿੰਗ, ਪ੍ਰੂਫ ਸੋਧਣ ਅਤੇ ਸੁਧਾਈ ਦੀ ਕਸਵੱਟੀ ਨਾਲ ਸੰਬੰਧਿਤ ਹੈ। ਜੇ ਅਸੀਂ ਕੋਈ ਵੀ ਪੁਸਤਕ ਜਾਂ ਗ੍ਰੰਥ ਦਾ ਉਤਾਰਾ ਜਾਂ ਉਸ ਦੀ ਛਪਾਈ ਸ਼ੁੱਧ ਕਰਨੀ ਤੇ ਸ਼ੁੱਧ ਰੱਖਣੀ ਹੈ ਤਾਂ ਇਹ ਸਾਰੀਆਂ ਪ੍ਰਕਿਰਿਆਵਾਂ ਅਤੀ ਲਾਜ਼ਮੀ ਹਨ। ਪਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਛਾਪਣ ਦਾ ਸਿਲਸਿਲਾ ਆਇਆ, ਇੰਜ ਜਾਪਦਾ ਕਿ ਇਹ ਸਾਰੀਆਂ ਪ੍ਰਕਿਰਿਆਵਾਂ ਨੂੰ ਜਾਂ ਤੇ ਅਣਗੌਲਿਆ ਕਰ ਦਿੱਤਾ, ਜਾਂ ਲੋੜੀਂਦਾ ਧਿਆਨ ਨਹੀਂ ਦਿੱਤਾ, ਜਾਂ ਫਿਰ ਬੇਕਦਰੀ ਤਰੀਕੇ ਨਾਲ ਨਿਭਾਇਆ। ਸੱਟਾ ਸਾਡੇ ਸਾਹਮਣੇ ਹੈ। ਸੋ ਧੁਰ ਬਾਣੀ ਵਿੱਚ ਅਸ਼ੁੱਧੀਆਂ ਨਹੀਂ ਹੋ ਸਕਦੀਆਂ। ਅੱਜ ਤੱਕ ਨਾ ਕਿਸੇ ਸਿੱਖ ਨੇ ਅਜਿਹਾ ਦਾਅਵਾ ਕੀਤਾ, ਨਾ ਅਜਿਹਾ ਸੋਚਿਆ। ਲੇਕਿਨ ਧੁਰ ਬਾਣੀ ਦੇ ਉਤਾਰੇ ਅਤੇ ਇਸ ਦੀ ਛਪਾਈ ਕਰਨ ਦੀਆਂ ਪ੍ਰਕਿਰਿਆਵਾਂ ਰਾਹੀਂ ਅਨੇਕਾਂ ਅਸ਼ੁੱਧੀਆਂ ਆ ਜਾਂਦੀਆਂ ਹਨ ਅਤੇ ਆ ਗਈਆਂ ਹਨ। ਇਹ ਦੋ ਵਿਸ਼ਿਆਂ ਨੂੰ, ਗੁਰਬਾਣੀ ਵਿੱਚ ਅਸ਼ੁੱਧੀਆਂ ਅਤੇ ਗੁਰਬਾਣੀ ਦੀ ਛਪਾਈ ਵਿੱਚ ਅਸ਼ੁੱਧੀਆਂ ਨੂੰ ਉਲਝਾਉਣਾ ਨਹੀਂ। ਇਹਨਾਂ ਦੋਹਾਂ ਨੂੰ ਇੱਕ ਜਾਂ ਬਰਾਬਰ ਨਹੀਂ ਸਮਝਣਾ। ਜੇ ਇਹਨਾਂ ਨੂੰ ਉਲਝਾਇਆ ਜਾਂ ਇੱਕੋ ਜਿਹਾ ਬਰਾਬਰ ਕਰਕੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਐਸਾ ਕਰਨ ਦੇ ਦੋ ਮਕਸਦ ਹਨ। ਪਹਿਲਾ, ਇਸ ਹਕੀਕਤ 'ਤੇ ਪਰਦਾ ਪਾਉਣ ਲਈ ਕਿ ਵਾਕਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਜੋਕੀਆਂ ਅਤੇ ਪ੍ਰਚਲਿਤ ਬੀੜਾਂ ਵਿੱਚ ਅਸ਼ੁੱਧੀਆਂ ਹਨ। ਦੂਜਾ, ਜੋ ਸਾਡੇ ਸਿੱਖ ਖੋਜੀ ਇਸ ਵਿਸ਼ੇ 'ਤੇ ਬੋਲ ਜਾਂ ਲਿਖ ਰਹੇ ਹਨ ਅਤੇ ਇਸ ਪੰਥਕ ਸਮੱਸਿਆ ਦਾ ਹੱਲ ਮੰਗ ਰਹੇ ਹਨ, ਉਹਨਾਂ ਦੀ ਆਵਾਜ਼ ਬੰਦ ਕਰਨ ਲਈ। ਬਸ ਇਹ ਕਹਿ ਕੇ ਕਿ ਧੁਰ ਬਾਣੀ 'ਤੇ ਸਵਾਲ ਉਠਾ ਰਹੇ ਹਨ ਇਹ ਖੋਜੀ ਸਿੱਖ। ਅਜਿਹਾ ਕਰਨ ਦਾ ਸਿੱਟਾ ਇਹ ਨਿਕਲਿਆ ਕਿ ਇਸ ਵਿਸ਼ੇ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਅਸ਼ੁੱਧੀਆਂ ਆਪਣੇ ਥਾਂ 'ਤੇ ਕਾਇਮ ਰਹਿ ਗਈਆਂ ਅਤੇ ਸਾਡਾ ਪੰਥ ਡੂੰਘੇ ਘਾਟੇ ਵਿੱਚ ਪੈ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸ਼ੁੱਧੀਆਂ ਤੋਂ ਮੁਕਤ ਕਰਨ ਤੇ ਮੁਕਤ ਰੱਖਣ ਦਾ ਸਭ ਤੋਂ ਮੁੱਢਲਾ ਜ਼ਰੀਆ ਹੈ ਸਾਡਾ ਅਧਿਕਾਰਕ ਮਾਨਕੰਡ ਜਾਂ ਅੰਗਰੇਜ਼ੀ ਵਿੱਚ ਬੈਂਚਮਾਰਕ, ਭਾਵ ਕਸਵੱਟੀ। ਸਾਡੀ ਕਸਵੱਟੀ ਪੋਥੀ ਸਾਹਿਬ ਹੈ, ਜਿਸ ਨੂੰ ਭਾਈ ਗੁਰਦਾਸ ਵਾਲੀ ਬੀੜ ਵੀ ਕਿਹਾ ਜਾਂਦਾ ਹੈ। ਇਹ ਬੀੜ 1604 ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਸੰਪਾਦਨਾ
ਅਤੇ ਭਾਈ ਗੁਰਦਾਸ ਜੀ ਦੀ ਲਿਖਤ ਦੁਆਰਾ ਸੰਪੂਰਨ ਹੋਈ ਸੀ। ਸੋ ਇਹ ਭਾਈ ਗੁਰਦਾਸ ਵਾਲੀ ਬੀੜ ਸਾਡੀ ਕਸਵੱਟੀ ਹੈ, ਚਾਹੀਦੀ ਵੀ ਸੀ। ਸੋ ਹੁਣ ਸਵਾਲ ਇਹ ਹੈ ਕਿ ਇਹ ਬੀੜ ਕਿੱਥੇ ਹੈ, ਕਿਸ ਪਾਸ ਹੈ? ਕੀ SGPC ਦੇ ਅਧਿਕਾਰ ਹੈ? ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸੁਸ਼ੋਭਿਤ ਹੈ? ਕਿਸੇ ਤਖਤ ਤੇ ਪ੍ਰਕਾਸ਼ਮਾਨ ਹੈ? ਜਵਾਬ ਇਹ ਹੈ ਕਿ ਇਹ ਬੀੜ ਸਾਡੇ ਪਾਸ ਨਹੀਂ। ਇਹ ਬੀੜ ਕਿਵੇਂ ਤੇ ਕਿਉਂ ਗੁੰਮ ਹੋਈ, ਇਸ ਦੀ ਵਿਚਾਰ ਬਾਅਦ ਵਿੱਚ ਕਰਾਂਗੇ। ਜਿਹੜੀ ਬੀੜ ਕਸਵੱਟੀ ਦੇ ਰੂਪ ਵਿੱਚ ਸਿੱਖ ਜਗਤ ਅੱਗੇ ਪੇਸ਼ ਕੀਤੀ ਗਈ ਹੈ ਉਹ ਕਰਤਾਰਪੁਰੀ ਬੀੜ ਹੈ। ਇਹ ਬੀੜ ਕਰਤਾਰਪੁਰ ਵਿੱਚ ਸੋਢੀ ਪਰਿਵਾਰ ਦੇ ਨਿੱਜੀ ਕਬਜ਼ੇ ਵਿੱਚ ਹੈ। ਇਹ ਸੋਢੀ ਪਰਿਵਾਰ ਧੀਰਮਲ ਦੀ ਵੰਸ਼ ਅਤੇ ਸੰਤਾਨ ਹੈ। ਉਹ ਧੀਰਮਲ ਜਿਸ ਨੇ ਆਪਣੇ ਪੁੱਤਰ ਸਮੇਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇ ਜਾਨਲੇਵਾ ਹਮਲਾ ਕੀਤਾ ਸੀ। ਧੀਰਮਲੀਏ ਉਸ ਫਿਰਕੇ ਦੇ ਧਾਰਨੀ ਹਨ ਜਿਸ ਫਿਰਕੇ ਨੂੰ ਅਕਾਲ ਤਖਤ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਵਿੱਚ ਗੈਰ ਸਿੱਖ ਅਤੇ ਸਿੱਖ ਵਿਰੋਧੀ ਪੇਸ਼ ਕੀਤਾ ਗਿਆ ਹੈ। ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਉਹਨਾਂ ਲੋਕਾਂ ਦੇ ਹੱਥ ਵਿੱਚ ਹੈ ਜਿਨ੍ਹਾਂ ਬਾਰੇ ਸਾਡੀ ਸਿੱਖ ਰਹਿਤ ਮਰਿਆਦਾ ਇਹ ਕਹਿੰਦੀ ਹੈ ਕਿ ਉਹਨਾਂ ਨਾਲ ਵਰਤਣਾ ਨਹੀਂ। ਸੋ ਹੁਣ ਸਵਾਲ ਇਹ ਹੈ ਕਿ ਇਹ ਕਰਤਾਰਪੁਰੀ ਬੀੜ ਜਿਹੜੀ ਇਹਨਾਂ ਧੀਰਮਲੀਆਂ ਤੇ ਸੋਢੀਆਂ ਦੇ ਕਬਜ਼ੇ ਵਿੱਚ ਹੈ, ਕੀ ਇਹ ਭਾਈ ਗੁਰਦਾਸ ਵਾਲੀ ਬੀੜ ਹੈ ਜਾਂ ਫਿਰ ਇਹ ਭਾਈ ਗੁਰਦਾਸ ਵਾਲੀ ਬੀੜ ਦਾ ਮਿਲਾਵਟੀ ਅਤੇ ਅਸ਼ੁੱਧ ਉਤਾਰਾ ਹੈ? ਜੇ ਸਾਡੀ ਕਸਵੱਟੀ ਗੈਰ ਸਿੱਖਾਂ ਜਾਂ ਸਿੱਖਾਂ ਦੇ ਵਿਰੋਧੀ ਫਿਰਕੇ ਵਾਲੇ ਲੋਕਾਂ ਦੇ ਹੱਥ ਵਿੱਚ ਹੈ ਤਾਂ ਅਸੀਂ ਕੀ ਆਸ ਰੱਖ ਸਕਦੇ ਹਾਂ ਕਿ ਇਹ ਫਿਰਕੇ ਵਾਲੇ ਲੋਕ ਗੁਰਬਾਣੀ ਦੀ ਸ਼ੁੱਧਤਾ, ਗੁਰਬਾਣੀ ਦੀ ਪਵਿੱਤਰਤਾ ਜਾਂ ਗੁਰਬਾਣੀ ਦੀ ਨਿਰਮਲਤਾ ਸਾਡੇ ਲਈ ਸੰਭਾਲ ਕੇ ਰੱਖਣਗੇ ਤਾਂ ਜੋ ਸਿੱਖਾਂ ਨੂੰ ਦਰੁਸਤ, ਯਥਾਰਥ ਤੇ ਸਹੀ ਗੁਰਬਾਣੀ ਦਾ ਭੰਡਾਰ ਮਿਲ ਸਕੇ ਜਾਂ ਮਿਲਦਾ ਰਹੇ? ਇਸ ਵੀਡੀਓ ਦੁਆਰਾ ਮੈਂ 2 ਤੱਥ ਪੇਸ਼ ਕਰਾਂਗਾ ਜਿੱਥੋਂ ਇਹ ਸਾਬਤ ਹੋਵੇਗਾ ਕਿ ਅਜੋਕੀ ਕਰਤਾਰਪੁਰੀ ਬੀੜ ਭਾਈ ਗੁਰਦਾਸ ਜੀ ਵਾਲੀ ਬੀੜ ਨਹੀਂ। ਫਿਲਹਾਲ ਇੰਨੀ ਜਾਣਕਾਰੀ ਕਾਫੀ ਹੈ ਕਿ ਡਾਕਟਰ ਪਿਆਰ ਸਿੰਘ ਨੂੰ ਪੰਥ ਵਿੱਚੋਂ ਛੇਕਣ ਦਾ ਮੁੱਢਲਾ ਕਾਰਨ ਇਹੋ ਸੀ ਕਿ ਉਹਨਾਂ ਨੇ ਆਪਣੀ ਖੋਜ ਦੁਆਰਾ ਇਹ ਸਿੱਧ ਕਰ ਦਿੱਤਾ ਸੀ ਕਿ ਕਰਤਾਰਪੁਰੀ ਬੀੜ ਪੋਥੀ ਸਾਹਿਬ ਦਾ ਮਿਲਾਵਟੀ ਉਤਾਰਾ ਸੀ। GB ਸਿੰਘ ਨੇ ਵੀ ਇਹੋ ਖੋਜ ਸਿੱਖ ਜਗਤ ਨੂੰ ਪੇਸ਼ ਕੀਤੀ ਸੀ। ਆਮ ਸੋਚ ਉਸ ਵੇਲੇ ਦੀ ਇਹ ਸੀ ਕਿ ਐਸੀ ਸਚਾਈ ਐਲਾਨੀਆਂ ਜਨਤਕ ਜਾਂ ਖੁੱਲ੍ਹੇ ਤੌਰ ਤੇ ਕਰਨ ਵਾਲੀ ਨਹੀਂ ਸੀ। ਡਾਕਟਰ ਪਿਆਰ ਸਿੰਘ ਤੇ GB ਸਿੰਘ ਹੋਰਾਂ ਨੇ ਕਰ ਦਿੱਤੀ ਤੇ ਨਤੀਜਾ ਭੁਗਤਣਾ ਪਿਆ। ਸੋ ਫਿਲਹਾਲ ਕਿਸੇ ਸਹੀ ਤੇ ਪ੍ਰਮਾਣਿਕ ਕਸਵੱਟੀ ਰੂਪੀ ਬੀੜ ਦੇ ਨਾ ਹੁੰਦਿਆਂ ਹੋਇਆਂ ਸਾਡੀ ਕਸਵੱਟੀ ਕਰਤਾਰਪੁਰੀ ਬੀੜ ਰਹੀ ਹੈ ਜੋ ਕਿ ਪਹਿਲੇ ਧੀਰਮੋਲਿਆਂ ਕੋਲ ਸੀ ਤੇ ਹੁਣ ਸੋਢੀਆਂ ਕੋਲ ਹੈ। ਅਤੇ ਜੇ ਅਸੀਂ ਕਿਸੇ ਵੀ ਛਾਪੇਖਾਨੇ ਵਾਲੀ ਬੀੜ ਦੇ ਮੁੱਢਲੇ ਪੰਨਿਆਂ ਵੱਲ ਦੇਖਾਂਗੇ ਤਾਂ ਸਾਨੂੰ ਇਸ ਕਸਵੱਟੀ ਬਾਰੇ ਲਿਖਿਆ ਮਿਲਦਾ ਹੈ। ਇਹ ਇੱਕ ਉਦਾਹਰਣ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟਾਈਪ ਤੇ ਅੱਖਰਾਂ ਵਿੱਚ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਤਾਰਪੁਰੀ ਵਾਲੇ ਦਰਬਾਰ ਸਾਹਿਬ ਨਾਲ ਸੁਧਾਇਆ ਗਿਆ ਹੈ ਔਰ ਸਾਰੇ ਗੁਰੂ ਗ੍ਰੰਥ ਸਾਹਿਬਾਨ ਨਾਲੋਂ ਜੋ ਛਪ ਚੁੱਕੇ ਹਨ ਸ਼ੁੱਧ ਹੈ। ਰਾਏ ਸਾਹਿਬ ਮੁਨਸ਼ੀ ਗੁਲਾਬ ਸਿੰਘ ਐਂਡ ਸੰਸ ਨੇ ਆਪਣੇ ਮੁਫੀਦ ਆਮ ਪ੍ਰੈਸ ਲਾਹੌਰ ਵਿਖੇ ਛਪਵਾਇਆ। ਇਹ ਦੂਜੀ ਉਦਾਹਰਣ ਹੈ ਕਿਸੇ ਹੋਰ ਪ੍ਰਕਾਸ਼ਕ ਤੋਂ। ਇਹਨਾਂ ਦੀ ਸੁਧਾਈ ਸ੍ਰੀ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ੍ਰੀ ਕਰਤਾਰਪੁਰ ਸਾਹਿਬ ਜੀ ਅਤੇ ਦਮਦਮੇ ਸਾਹਿਬ ਵਾਲੀ ਬੀੜ ਦੇ ਉਤਾਰਿਆਂ ਨਾਲ ਤਨ, ਮਨ ਤੇ ਧਨ ਦੁਆਰਾ ਬੜੀ ਸ਼ਰਧਾ ਨਾਲ ਪ੍ਰੇਮ ਸਾਹਿਤ ਕੀਤੀ ਗਈ ਹੈ। ਪੂਰਨ ਨਿਸ਼ਚਾ ਹੈ ਕਿ ਇਹ ਬੀੜ ਲਗ ਕੰਨੇ ਮਾਤਰਾ ਤੱਕ ਸ਼ੁੱਧ ਹੈ। ਪ੍ਰਕਾਸ਼ਕ ਸ਼ੁੱਧ ਗੁਰਬਾਣੀ ਟਕਸਾਲ ਸ੍ਰੀ ਅੰਮ੍ਰਿਤਸਰ ਜੀ। ਹੁਣ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਜੋਕੀਆਂ
ਅਤੇ ਪ੍ਰਚਲਿਤ ਬੀੜਾਂ ਵਿੱਚ ਅਸ਼ੁੱਧੀਆਂ ਕਾਇਮ ਹਨ, ਦੋ ਸੰਭਾਵਨਾ ਹੋ ਸਕਦੀਆਂ ਇਹਨਾਂ ਪ੍ਰਕਾਸ਼ਕਾਂ ਦੇ ਦਾਅਵਿਆਂ ਬਾਰੇ। ਪਹਿਲੀ ਇਹ ਕਿ ਇਹ ਫੋਕੇ ਦਾਅਵੇ ਹਨ ਅਤੇ ਇਸ਼ਤਿਹਾਰਬਾਜ਼ੀ ਤੋਂ ਇਲਾਵਾ ਕੋਈ ਮਾਇਨੇ ਨਹੀਂ ਰੱਖਦੇ। ਸਿਰਫ ਕਹਿਣ ਦਾ ਤਰੀਕਾ ਹੈ ਕਿ ਸਾਡੀ ਬੀੜ ਵਿੱਚ ਕੋਈ ਅਸ਼ੁੱਧੀਆਂ ਨਹੀਂ ਤੇ ਸ਼ਰੀਕ ਪ੍ਰਕਾਸ਼ਕਾਂ ਦੀ ਬੀੜ ਵਿੱਚ ਬੇਸ਼ੁਮਾਰ ਹਨ। ਦੂਜੀ ਸੰਭਾਵਨਾ ਵਾਕਿਆ ਭਿਆਨਕ ਹੈ ਕਿ ਇਹਨਾਂ ਪ੍ਰਕਾਸ਼ਕਾਂ ਨੇ ਵਾਕਿਆ ਪ੍ਰੂਫ ਸ਼ੋਧਨ ਕੀਤੀ ਤੇ ਸੁਧਾਈ ਦੀ ਕਸਵੱਟੀ ਕਰਤਾਰਪੁਰੀ ਬੀੜ ਵੀ ਵਰਤੀ, ਪਰ ਇਹਨਾਂ ਵੱਖ-ਵੱਖ ਪ੍ਰਕਾਸ਼ਕਾਂ ਨੂੰ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਕਰਤਾਰਪੁਰੀ ਬੀੜਾਂ ਦਿਖਾਈਆਂ ਗਈਆਂ। ਹਕੀਕੀ ਤੌਰ ਤੇ ਇਹਨਾਂ ਧੀਰਮੱਲੀਆਂ ਤੇ ਸੋਢੀਆਂ ਕੋਲ ਅਨੇਕਾਂ ਬੀੜਾਂ ਸਨ। ਜਦ ਕੋਈ ਪ੍ਰਕਾਸ਼ਕ, ਪ੍ਰੂਫ ਸ਼ੋਧਨ ਵਾਲਾ, ਖੋਜੀ, ਲਿਖਾਰੀ ਜਾਂ ਅਕਾਦਮਿਕ ਕਰਤਾਰਪੁਰੀ ਬੀੜ ਦੇ ਦਰਸ਼ਨ ਕਰਨ ਆਉਂਦਾ ਤਾਂ ਉਹ ਮਰਜ਼ੀ ਦੀ ਬੀੜ ਦਿਖਾ ਦਿੰਦੇ ਸਨ। ਹੁਣ ਇਸ ਗੱਲ ਦਾ ਸਬੂਤ ਕੀ ਹੈ ਕਿ ਇਹਨਾਂ ਧੀਰਮੱਲੀਆਂ ਤੇ ਸੋਢੀਆਂ ਕੋਲ ਅਨੇਕਾਂ ਬੀੜਾਂ ਸਨ ਜੋ ਕਿ ਮੂਲ ਰੂਪ ਵਿੱਚ ਭਾਈ ਗੁਰਦਾਸ ਵਾਲੀ ਬੀੜ ਦੇ ਮਿਲਾਵਟੀ ਉਤਾਰੇ ਸਨ। ਉਹ ਉਤਾਰੇ ਜਿਨ੍ਹਾਂ ਨੂੰ ਇਹ ਕਰਤਾਰਪੁਰੀ ਬੀੜ ਕਹਿ ਰਹੇ ਸਨ। ਪਹਿਲਾ ਸਬੂਤ ਪਿਆਰਿਓ ਸਾਨੂੰ ਉਦੋਂ ਮਿਲਦਾ ਜਦੋਂ ਅਸੀਂ ਉਹਨਾਂ ਖੋਜੀਆਂ ਦੀਆਂ ਲਿਖਤਾਂ ਪੜ੍ਹਦੇ ਹਾਂ ਜਿਨ੍ਹਾਂ ਨੇ ਇਸ ਕਰਤਾਰਪੁਰੀ ਬੀੜ ਦੇ ਦਰਸ਼ਨ ਕੀਤੇ ਹਨ। ਅਵਲ ਤਾਂ ਦਰਸ਼ਨ ਦੀ ਇਜਾਜ਼ਤ ਹੀ ਨਹੀਂ ਮਿਲਦੀ, ਪਰ ਜਿਨ੍ਹਾਂ ਵਿਰਲਿਆਂ ਨੂੰ ਇਜਾਜ਼ਤ ਮਿਲੀ ਉਹਨਾਂ ਸਾਰਿਆਂ ਦੀ ਕਹਾਣੀ ਅਲੱਗ-ਅਲੱਗ ਹੈ ਕਿ ਸਫ਼ੇ ਕਿੰਨੇ ਨੇ, ਮੁਕੰਮਲ ਕਿੱਥੇ ਹੁੰਦੀ ਹੈ, ਲਿਖਾਈ ਕਿਸ ਤਰ੍ਹਾਂ ਦੀ ਹੈ, ਦਸਤਖਤ ਕਿਹਦੇ ਨਾਲ ਆਦਿ। ਤੋ ਇੱਥੋਂ ਜ਼ਾਹਿਰ ਹੁੰਦਾ ਕਿ ਦਰਸ਼ਨ ਕਿਸੇ ਇੱਕ ਬੀੜ ਦੇ ਨਹੀਂ ਕਰਾਏ ਜਾਂਦੇ। ਦਰਸ਼ਨ ਉਹ ਉਸੇ ਬੀੜ ਦੇ ਕਰ ਰਹੇ ਹਨ ਜਿਹੜੀ ਬੀੜ ਉਹਨਾਂ ਦੇ ਸਾਹਮਣੇ ਕੀਤੀ ਗਈ ਤੇ ਕਿਹਾ ਗਿਆ ਕਿ ਭਾਈ ਇਹ ਕਰਤਾਰਪੁਰੀ ਬੀੜ ਹੈ। ਮਸਲਨ ਭਾਈ ਜੋਧ ਸਿੰਘ ਚੀਫ ਖਾਲਸਾ ਦੀਵਾਨ ਵਾਲੇ ਨੇ ਲਿਖਿਆ ਕਿ ਇਹ ਕਰਤਾਰਪੁਰੀ ਬੀੜ ਵਿੱਚ ਸੋਦਰ ਦੀ ਬਾਣੀ ਵਿੱਚ ਸੋ ਪੁਰਖ ਦੀ ਪੌੜੀ ਸ਼ਾਮਿਲ ਨਹੀਂ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਹੋਰ ਖੋਜੀਆਂ ਦੀਆਂ ਲਿਖਤਾਂ ਵਿੱਚ ਐਸੀ ਟਿੱਪਣੀ ਨਹੀਂ ਮਿਲਦੀ। ਸੋ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਸਾਰੇ ਪੜਚੋਲ ਕਰਨ ਵਾਲਿਆਂ ਨੂੰ ਇੱਕੋ ਬੀੜ ਦੇ ਦਰਸ਼ਨ ਕਰਾਏ ਜਾ ਰਹੇ ਹਨ? ਆ ਗਿਆਨੀ ਜਗਤਾਰ ਸਿੰਘ ਜੀ ਜਾਚਕ, ਸਾਬਕਾ ਮੁੱਖ ਗ੍ਰੰਥੀ ਦਰਬਾਰ ਸਾਹਿਬ ਅਤੇ ਇਸ ਵਿਸ਼ੇ ਦੇ ਮਾਹਿਰ ਨੂੰ ਸੁਣੋ ਕਿ ਉਹ ਇਸ ਨੁਕਤੇ ਬਾਰੇ ਕੀ ਕਹਿੰਦੇ ਹਨ। ਜਿੰਨੇ ਲਿਖਾਰੀ ਉੱਥੇ ਗਏ ਨਾ, ਵਿਦਵਾਨ ਗਏ ਨੇ, ਉਹ ਸਾਰਿਆਂ ਨੇ ਵੱਖ-ਵੱਖ ਹੀ ਰਿਪੋਰਟ ਦਿੱਤੀ ਜੀ ਹੁਣ ਤੱਕ, ਕਿਉਂਕਿ ਜਿਹੜਾ ਜਾਂਦਾ ਉਹਨੂੰ ਨਵੀਂ ਬੀੜ ਦਿਖਾ ਦਿੰਦੇ। ਤਵਾਰੀਖ ਸਾਨੂੰ ਦੱਸਦੀ ਹੈ ਕਿ ਜਦੋਂ ਪੋਥੀ ਸਾਹਿਬ ਅਥਵਾ ਭਾਈ ਗੁਰਦਾਸ ਵਾਲੀ ਬੀੜ ਮੁਕੰਮਲ ਹੋਈ ਤਾਂ ਸਤਿਗੁਰਾਂ ਭਾਈ ਬੰਨੋ ਜੀ ਦੀ ਜ਼ਿੰਮੇਵਾਰੀ ਲਾਈ ਸੀ ਕਿ ਉਸ ਬੀੜ ਦੇ ਉਤਾਰੇ ਕਰਨ। ਇਸ ਤੋਂ ਬਾਅਦ ਉਤਾਰਿਆਂ ਲਈ ਭਾਈ ਬੰਨੋ ਵਾਲਾ ਉਤਾਰਾ ਵਰਤਿਆ ਜਾਣ ਲੱਗ ਪਿਆ। ਇਹਨਾਂ ਸਾਰੇ ਉਤਾਰਿਆਂ ਨੂੰ ਭਾਈ ਬੰਨੋ ਵਾਲੀ ਬੀੜ ਦੇ ਉਤਾਰੇ ਕਿਹਾ ਜਾਂਦਾ ਹੈ। ਅਜੋਕੇ ਸਮੇਂ ਵਿੱਚ ਸਾਡੇ ਪਾਸ 3 ਬੀੜਾਂ ਮਿਲਦੀਆਂ ਹਨ ਜਿਨ੍ਹਾਂ ਬਾਰੇ ਇਹ ਦਾਅਵਾ ਹੈ ਕਿ ਇਹ ਅਸਲੀ ਭਾਈ ਬੰਨੋ ਵਾਲੀ ਬੀੜ ਹੈ। ਇੱਕ ਬੀੜ ਮਾਂਗਟ ਗੁਜਰਾਤ ਵਿੱਚ ਹੈ, ਦੂਜੀ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਨਾਭਾ ਵਿੱਚ ਅਤੇ ਤੀਜੀ ਨਿਰੰਕਾਰੀ ਗੁਰਦੁਆਰਾ ਰਾਵਲਪਿੰਡੀ ਵਿੱਚ। ਦਾਅਵਾ ਇਹ ਹੈ ਕਿ ਇਹ ਬੀੜਾਂ ਭਾਈ ਬੰਨੋ ਦੀ ਹੱਥ ਲਿਖਤ ਉਤਾਰੇ ਹਨ। ਇਹ ਦਾਅਵਾ ਬਿਲਕੁਲ ਨਕਾਰ ਹੈ ਕਿਉਂਕਿ ਇਹਨਾਂ ਬੀੜਾਂ ਵਿੱਚ ਕੱਚੀ ਬਾਣੀ ਮਿਲਾਈ ਹੋਈ ਹੈ, ਖਾਸ ਕਰਕੇ ਮੀਰਾਂ ਦੀ ਰਚਨਾ। ਇਸ ਤੋਂ ਇਲਾਵਾ ਇੱਕ ਬੀੜ ਵਿੱਚ ਮਹਿਲਾ ਸ਼ਬਦ ਨੂੰ ਪਾਤਸ਼ਾਹੀ ਵਿੱਚ ਤਬਦੀਲ ਕੀਤਾ ਹੋਇਆ ਸਾਰੀ ਬੀੜ ਵਿੱਚ। ਇੱਥੇ ਹੁਣ 2 ਨੁਕਤੇ ਪੇਸ਼ ਕਰਨੇ ਜ਼ਰੂਰੀ ਬਣਦੇ ਹਨ। ਪਹਿਲਾ ਇਹ ਕਿ ਨਾ ਸਿਰਫ ਪੋਥੀ ਸਾਹਿਬ ਜਾਂ ਭਾਈ ਗੁਰਦਾਸ ਵਾਲੀ ਬੀੜ ਸਾਡੇ ਪਾਸ ਹੈ ਨਹੀਂ, ਉਸ ਦਾ ਪਹਿਲਾ ਉਤਾਰਾ ਜਾਣੀ ਕਿ ਭਾਈ ਬੰਨੋ ਵਾਲੀ ਬੀੜ ਵੀ ਹੈ ਨਹੀਂ। ਹਾਂ, ਉਤਾਰਿਆਂ ਦੇ ਉਤਾਰੇ ਜ਼ਰੂਰ ਹਨ। ਦੂਜਾ ਨੁਕਤਾ ਇਹ ਹੈ ਕਿ ਉਤਾਰੇ ਕਰਨ ਦੀ ਜਿਹੜੀ ਕਿਰਿਆ, ਇਹ ਕਿਰਿਆ ਹੀ ਐਸੀ ਹੈ ਕਿ ਅਸ਼ੁੱਧੀਆਂ ਆਪਣੇ ਆਪ ਸ਼ਾਮਿਲ ਹੋ ਜਾਂਦੀਆਂ ਨੇ, ਭਾਵੇਂ ਉਹ ਅਣਗਹਿਲੀ ਕਰਕੇ ਹੋਣ ਜਾਂ ਕਿਸੇ ਨੀਤੀ ਨੂੰ ਧਾਰ ਕੇ, ਭਾਵ ਜਾਣ ਬੁੱਝ ਕੇ।
ਜਿਹੜੀਆਂ ਅਸ਼ੁੱਧੀਆਂ ਕਿਸੇ ਨੀਤੀ ਨੂੰ ਧਾਰ ਕੇ ਕੀਤੀਆਂ ਜਾਂਦੀਆਂ ਨੇ, ਇਹ ਵਿਸ਼ਾ ਕੁਝ ਵਿਚਾਰ ਮੰਗਦਾ ਹੈ। ਸਾਨੂੰ ਸਾਡੇ ਸਤਿਗੁਰਾਂ ਨੇ ਨਸੀਹਤ ਦਿੱਤੀ ਸੀ ਆਪਣੀ ਬਾਣੀ ਦੁਆਰਾ। ਪੌੜੀ ਦੇ ਵਾਕ ਨੇ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਂਖ ਵਿਖਾਣੀ, ਅਤੇ ਅਖੀਰ ਵਿੱਚ ਕਹੈ ਨਾਨਕ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਇਹ ਗੁਰਬਾਣੀ ਵਿੱਚ ਮਿਲਾਵਟ ਬਾਰੇ ਚੇਤਾਵਨੀ ਹੈ। ਉਹ ਮਿਲਾਵਟ ਜਿਹੜੀ ਕਿਸੇ ਨੀਤੀ ਨੂੰ ਧਾਰ ਕੇ ਕੀਤੀ ਜਾਂਦੀ ਹੈ। ਗੁਰੂ ਕਾਲ ਤੋਂ ਬਾਅਦ ਖਾਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਭਾਵ 1716 ਤੋਂ ਬਾਅਦ ਭਾਵ ਸ਼ਹੀਦੀ ਯੁੱਗ, ਜੋ ਕਿ 60-70 ਸਾਲ ਤੱਕ ਜਾਰੀ ਰਿਹਾ, ਜਦੋਂ ਗੁਰੂ ਕੇ ਸਿੱਖ ਜੰਗਲਾਂ, ਪਹਾੜੀਆਂ ਅਤੇ ਰੇਗਿਸਤਾਨਾਂ ਵਿੱਚ ਗੁਜ਼ਰ ਰਹੇ ਸਨ। ਇਸ ਸਮੇਂ ਦੇ ਦੌਰਾਨ ਸਿੱਖਾਂ ਦੀਆਂ ਵਿਰੋਧੀ ਸ਼ਕਤੀਆਂ ਵੱਲੋਂ ਪੋਥੀ ਸਾਹਿਬ ਅਥਵਾ ਭਾਈ ਗੁਰਦਾਸ ਵਾਲੀ ਬੀੜ ਅਤੇ ਅਸਲੀ ਦਮਦਮੀ ਬੀੜ, ਇਹਨਾਂ ਸਾਰੀਆਂ ਬੀੜਾਂ ਦਾ ਖਾਤਮਾ ਕਰ ਦਿੱਤਾ ਅਤੇ ਇਹਨਾਂ ਦੀ ਥਾਂ 'ਤੇ ਉਤਾਰੇ ਵਾਲੀਆਂ ਬੀੜਾਂ ਅਤੇ ਉਹ ਬੀੜਾਂ ਜਿਨ੍ਹਾਂ ਵਿੱਚ ਪ੍ਰਿਥੀ ਚੰਦ, ਧੀਰਮਲ, ਮੀਰਾ ਆਦਿਕ ਦੀ ਕੱਚੀ ਬਾਣੀ ਦਰਜ ਕੀਤੀ, ਇਹ ਬੀੜਾਂ ਪ੍ਰਚਲਿਤ ਕਰ ਦਿੱਤੀਆਂ ਗਈਆਂ। ਜਿਨ੍ਹਾਂ ਖੋਜੀਆਂ ਨੇ ਕਰਤਾਰਪੁਰੀ ਬੀੜ ਦੀ ਪਰਖ ਪੜਚੋਲ ਕੀਤੀ ਹੈ, ਉਹਨਾਂ ਦੇ ਵਿਚਾਰ ਹੈ ਕਿ ਇਹ ਕਰਤਾਰਪੁਰੀ ਬੀੜ ਦਰਅਸਲ ਭਾਈ ਬੰਨੋ ਵਾਲੀ ਬੀੜ ਦਾ ਹੀ ਮਿਲਾਵਟੀ ਉਤਾਰਾ ਹੈ। 1831 ਵਿੱਚ ਮਹਾਰਾਜਾ ਰਣਜੀਤ ਸਿੰਘ ਇਸ ਬੀੜ ਨੂੰ ਆਪਣੀ ਮਲਕੀਅਤ ਬਣਾ ਕੇ ਆਪਣੇ ਕਬਜ਼ੇ ਵਿੱਚ ਲੈ ਆਏ ਸਨ। ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਤੋਂ ਜ਼ਬਤ ਕਰਕੇ ਲੰਡਨ ਭੇਜ ਦਿੱਤੀ ਸੀ। ਇਹਨਾਂ ਧੀਰਮੱਲੀਆਂ ਨੇ ਅੰਗਰੇਜ਼ੀ ਸਰਕਾਰ ਤੋਂ ਉਹ ਵਾਪਸ ਮੰਗੀ ਕਿ ਇਹ ਸਾਡੀ ਮਲਕੀਅਤ ਹੈ। ਅੰਗਰੇਜ਼ਾਂ ਨੇ ਉਸ ਵੇਲੇ 4 ਬੀੜਾਂ ਵਾਪਸ ਕੀਤੀਆਂ ਸਨ, 1 ਧੀਰਮੱਲੀਆਂ ਨੂੰ ਅਤੇ 3 SGPC ਨੂੰ। ਕਿਸੇ ਨੂੰ ਕੋਈ ਜਾਣਕਾਰੀ ਨਹੀਂ ਕਿ ਕਿਹੜੀ ਬੀੜ ਧੀਰਮੱਲੀਆਂ ਨੂੰ ਵਾਪਸ ਕੀਤੀ ਅਤੇ ਕਿਹੜੀਆਂ ਬੀੜਾਂ SGPC ਦੇ ਹੱਥ ਆਈਆਂ। ਸਿੱਖ ਪੰਥ ਦੇ ਉੱਘੇ ਗੁਰਬਾਣੀ ਦੇ ਖੋਜੀ ਗਿਆਨੀ ਜਗਤਾਰ ਸਿੰਘ ਜਾਚਕ ਦੇ ਇਸ ਵਿਸ਼ੇ 'ਤੇ ਇਹ ਵਿਚਾਰ ਹਨ। 1831 ਜਦੋਂ ਮਹਾਰਾਜਾ ਰਣਜੀਤ ਸਿੰਘ ਆਇਆ ਤੇ ਇਹ ਜਿਹੜੀ ਬੀੜ ਕਰਤਾਰਪੁਰ ਸਾਹਿਬ ਵਾਲੀ ਹੈ ਨਾ, ਇਹ ਨਾਲ ਲੈ ਗਿਆ ਸੀ। ਉਹ ਜਦੋਂ ਅੰਗਰੇਜ਼ਾਂ ਨਾਲ ਆਇਆ, ਉਹ ਸਭ ਕੁਝ ਚੁੱਕ ਕੇ ਲੈ ਕੇ ਲੰਡਨ। ਫਿਰ ਇਹਨਾਂ ਨੇ ਰੌਲਾ ਪਾਇਆ ਸਾਡੀ ਜ਼ਗੀਰ ਵਾ। ਉਹਨਾਂ ਨੇ 3 ਬੀੜਾਂ ਵਾਪਸ ਮੋੜੀਆਂ। ਉਹ 'ਚ ਪਤਾ ਨਹੀਂ ਕਿਹੜੀ ਬੀੜ ਰੱਖੀ ਤੇ ਕਿਹੜੀਆਂ ਵਾਪਸ ਮੋੜੀਆਂ। ਇਹ ਰੌਲਾ ਘਚੋਲਾਈ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਦੂਜੀ ਕਸਵੱਟੀ ਹੈ, ਉਹ ਹੈ ਦਮਦਮੀ ਬੀੜ। ਇਸ ਬੀੜ ਦੀ ਸੰਪਾਦਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਅਤੇ ਲਿਖਤ ਭਾਈ ਮਨੀ ਸਿੰਘ ਜੀ ਦੀ ਸੀ। ਹਕੀਕਤ ਵਿੱਚ ਇਹ ਬੀੜ ਪੋਥੀ ਸਾਹਿਬ ਦੀ ਹੀ ਦੁਬਾਰਾ ਸੰਪਾਦਨਾ ਸੀ, ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਵੱਖ-ਵੱਖ ਥਾਵਾਂ, ਵੱਖ-ਵੱਖ ਰਾਗਾਂ ਵਿੱਚ ਚਾੜ੍ਹਨੀ ਸੀ। ਇਹ ਬੀੜ 1706 ਵਿੱਚ ਮੁਕੰਮਲ ਹੁੰਦੀ ਹੈ ਅਤੇ ਗੁਰਗੱਦੀ 1708 ਵਿੱਚ ਪ੍ਰਦਾਨ ਹੁੰਦੀ ਹੈ। ਅਸਲ ਵਿੱਚ ਦਮਦਮੀ ਬੀੜ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਹੈ। ਕਾਰਨ ਇਹ ਕਿ ਗੁਰਗੱਦੀ ਇਸ ਬੀੜ ਨੂੰ ਦਿੱਤੀ ਸੀ, ਨਾ ਕਿ ਪੋਥੀ ਸਾਹਿਬ ਨੂੰ ਜਾਂ ਭਾਈ ਗੁਰਦਾਸ ਵਾਲੀ ਬੀੜ ਨੂੰ। ਹੁਣ ਅਸਲੀਅਤ ਇਹ ਹੈ ਕਿ ਸਾਡੇ ਪਾਸ ਇਹ ਦਮਦਮੀ ਬੀੜ ਵੀ ਹੈ ਨਹੀਂ। ਕੁੱਪਰ ਹੀੜੇ ਦੇ ਜੰਗ ਵਿੱਚ, ਜਿਸ ਨੂੰ ਆਪਾਂ ਵੱਡਾ ਘੱਲੂਘਾਰਾ ਕਹਿੰਦੇ ਹਾਂ, ਜੋ ਕਿ 1761 ਵਿੱਚ ਵਾਪਰਿਆ ਸੀ, ਇਸ ਜੰਗ ਵਿੱਚ 1 ਲੱਖ ਸਿੱਖਾਂ ਦੇ ਕਤਲ ਦੇ ਨਾਲ ਇਹ ਬੀੜ ਹਮਲਾਵਰਾਂ ਨੇ ਆਪਣੀ ਲੁੱਟ ਦਾ ਹਿੱਸਾ ਬਣਾ ਕੇ ਕਾਬਲ, ਅਫਗਾਨਿਸਤਾਨ ਪਹੁੰਚਾ ਦਿੱਤੀ ਸੀ। ਕਿਹਾ ਜਾਂਦਾ ਹੈ ਕਿ ਦਮਦਮੀ ਬੀੜ ਦੇ 4 ਉਤਾਰੇ ਬਾਬਾ ਦੀਪ ਸਿੰਘ ਨੇ ਆਪਣੇ ਹੱਥੀਂ ਕੀਤੇ ਸਨ। ਇਹ ਬੀੜਾਂ ਹੁਣ ਸ਼੍ਰੀ ਅਕਾਲ ਤਖਤ, ਪਟਨਾ ਸਾਹਿਬ, ਅਨੰਦਪੁਰ ਸਾਹਿਬ ਅਤੇ ਦਮਦਮਾ ਸਾਹਿਬ ਪ੍ਰਕਾਸ਼ਮਾਨ ਹਨ। ਇਹਨਾਂ 4 ਉਤਾਰਿਆਂ ਦੀ ਗਾਥਾ ਵੀ ਵਿਚਾਰ ਮੰਗਦੀ ਹੈ। ਇਹ 4 ਬੀੜਾਂ ਆਪਸ ਵਿੱਚ ਨਹੀਂ ਮਿਲਦੀਆਂ, ਅਨੇਕਾਂ ਅਸ਼ੁੱਧੀਆਂ ਹਨ ਇਹਨਾਂ ਵਿੱਚ। ਇਸ ਹਕੀਕਤ ਨੂੰ ਸੁਲਝਾਉਣ ਲਈ 2 ਸੰਭਾਵਨਾ ਹੋ ਸਕਦੀਆਂ ਹਨ। ਪਹਿਲੀ ਇਹ ਕਿ ਉਤਾਰੇ ਕਿਸੇ ਇੱਕ ਵਿਅਕਤੀ ਨੇ ਨਹੀਂ ਕੀਤੇ। ਦੂਜੀ ਸੰਭਾਵਨਾ ਇਹ ਕਿ ਇਹਨਾਂ 4 ਬੀੜਾਂ ਦੀ ਮੂਲ ਬੀੜ ਇੱਕ ਨਹੀਂ, ਭਾਵ ਇਹ 4 ਬੀੜਾਂ ਅਲੱਗ-ਅਲੱਗ ਬੀੜਾਂ ਦੇ ਉਤਾਰੇ ਹਨ। ਮੈਂ ਸਰੋਤਿਆਂ ਦੇ ਧਿਆਨ ਇੱਕ ਦਿਲਚਸਪ ਵਾਰਤਾ
ਵੱਲ ਲਿਆਉਣਾ ਚਾਹੁੰਦਾ, ਜੋ ਕਿ ਨਿਰਮਲਾ ਲਿਖਾਰੀ ਗਿਆਨੀ ਗਿਆਨ ਸਿੰਘ ਨੇ ਆਪਣੀ 1891 ਵਾਲੀ ਪੰਥ ਪ੍ਰਕਾਸ਼ ਵਿੱਚ ਲਿਖੀ ਹੈ। ਤਵਾਰੀਖ ਰਾਜ ਖਾਲਸਾ ਭਾਗ 3 ਪੰਨਾ 62 ਤੇ ਇਹ ਬਿਰਤਾਂਤ ਲਿਖਿਆ ਮਿਲਦਾ ਹੈ ਕਿ 1760 ਵਿੱਚ ਭਾਵ ਗੁਰੂ ਗੋਬਿੰਦ ਸਿੰਘ ਜੀ ਦੇ ਦੇਹਾਂਤ ਤੋਂ 52 ਸਾਲ ਬਾਅਦ ਬਾਬਾ ਦੀਪ ਸਿੰਘ ਕਰਤਾਰਪੁਰ ਜਾਂਦੇ ਹਨ। ਦਮਦਮੀ ਬੀੜ ਨੂੰ ਕਰਤਾਰਪੁਰੀ ਬੀੜ ਨਾਲ ਸੋਧਣ ਲਈ। ਗਿਆਨੀ ਗਿਆਨ ਸਿੰਘ ਨੇ ਇਹ ਨਹੀਂ ਦੱਸਿਆ ਕਿ ਬਾਬਾ ਦੀਪ ਸਿੰਘ ਨੂੰ ਐਸਾ ਕਰਨ ਦੀ ਲੋੜ ਕੀ ਸੀ। ਸੋ ਹੁਣ ਸਵਾਲ ਇਹ ਹੈ ਕਿ ਨਿਰਮਲਾ ਲਿਖਾਰੀ ਗਿਆਨੀ ਗਿਆਨ ਸਿੰਘ ਦਾ ਇਹ ਵਾਰਤਾ ਲਿਖਣ ਦਾ ਮਕਸਦ ਕੀ ਸੀ ਕਿ ਬਾਬਾ ਦੀਪ ਸਿੰਘ ਨੂੰ ਦਮਦਮੀ ਬੀੜ ਦੀ ਪ੍ਰਮਾਣਿਕਤਾ, ਆਥੈਂਟਿਸਿਟੀ ਤੇ ਸ਼ੱਕ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਸੰਪਾਦਨਾ ਤੇ ਭਰੋਸਾ ਨਹੀਂ ਸੀ। ਇਸ ਕਰਕੇ ਬਾਬਾ ਦੀਪ ਸਿੰਘ ਨੂੰ ਕਰਤਾਰਪੁਰੀ ਬੀੜ ਦੀ ਕਸਵੱਟੀ ਦੀ ਲੋੜ ਪੈ ਗਈ ਸੀ। ਹੁਣ ਜੇ ਬਾਬਾ ਦੀਪ ਸਿੰਘ ਦਾ ਮਕਸਦ ਆਪਣੀਆਂ ਹੱਥ ਲਿਖਤੀ ਬੀੜਾਂ ਦਾ ਪ੍ਰੂਫ ਸ਼ੋਧਨ ਕਰਨਾ ਸੀ ਤਾਂ ਸੁਧਾਈ ਦੀ ਕਸਵੱਟੀ ਦਮਦਮੀ ਬੀੜ ਚਾਹੀਦੀ ਸੀ, ਨਾ ਕਿ ਕੋਈ ਹੋਰ ਬੀੜ। ਦਰਅਸਲ ਇਸ ਨਿਰਮਲੇ ਗਿਆਨੀ ਗਿਆਨ ਸਿੰਘ ਦਾ ਉਪਰੋਕਤ ਬਿਰਤਾਂਤ ਮਨ ਘੜਤ ਕਹਾਣੀ ਹੈ। ਨਿਰਮਲੇ ਕਵੀਆਂ ਤੇ ਲਿਖਾਰੀਆਂ ਦਾ ਗੁਰ ਇਤਿਹਾਸ, ਗੁਰਮਤ ਦੇ ਸਿਧਾਂਤਾਂ ਅਤੇ ਸਿੱਖੀ ਸਾਹਿਤ ਨੂੰ ਵਿਗਾੜਨ, ਖਰਾਬ ਕਰਨ ਅਤੇ ਤੋੜ ਮਰੋੜ ਕੇ ਪੇਸ਼ ਕਰਨ ਵਿੱਚ ਵੱਡਾ ਹੱਥ ਹੈ। ਭਾਵ ਸਿੱਖੀ ਨੂੰ ਉਧਾਲਣ ਜਾਂ ਹਾਈਜੈਕ ਕਰਨ ਵਿੱਚ ਵੱਡਾ ਯੋਗਦਾਨ ਹੈ ਇਹਨਾਂ ਨਿਰਮਲਿਆਂ ਦਾ। ਇਹ ਉਹੀ ਨਿਰਮਲੇ ਹਨ ਜਿਨ੍ਹਾਂ ਨੇ ਸਾਨੂੰ ਇਹ ਝੂਠ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਪਾਸ ਪੋਥੀ ਸਾਹਿਬ ਹੈ ਨਹੀਂ ਸੀ ਤੇ ਦਮਦਮੀ ਬੀੜ 10ਵੇਂ ਪਾਤਸ਼ਾਹ ਨੇ ਜ਼ੁਬਾਨੀ ਉਚਾਰਨ ਕੀਤੀ ਸੀ। ਜੇ ਵਾਕਿਆ ਇਹ ਵਾਰਦਾਤ ਸੱਚ ਹੈ ਤਾਂ ਬਾਬਾ ਦੀਪ ਸਿੰਘ ਨੂੰ ਕੀ ਲੋੜ ਪੈ ਗਈ ਸੀ ਕਿ ਕਰਤਾਰਪੁਰੀ ਬੀੜ ਨਾਲ ਪ੍ਰੂਫ ਸ਼ੋਧਣ ਦੀ? ਕੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜ਼ੁਬਾਨੀ ਗੁਰਬਾਣੀ ਉਚਾਰਨ ਤੇ ਭਰੋਸਾ ਨਹੀਂ ਸੀ? ਜਾਪਦਾ ਇੰਝ ਹੈ ਕਿ ਇਸ ਨਕਲੀ ਵਾਰਤਾ ਲਿਖਣ ਦਾ ਮਕਸਦ ਕਰਤਾਰਪੁਰੀ ਬੀੜ ਦੀ ਅਨੁਕੂਲਤਾ ਜਾਂ ਲੈਜੀਟਿਮਸੀ ਤੇ ਪ੍ਰਮਾਣਿਕਤਾ ਪੈਦਾ ਕਰਨਾ ਹੈ। ਜਦ ਸਿੱਖ ਇਹ ਪੜ੍ਹਨਗੇ ਕਿ ਬਾਬਾ ਦੀਪ ਸਿੰਘ ਨੇ ਆਪਣੀਆਂ ਹੀ ਹੱਥ ਲਿਖਤ ਬੀੜਾਂ ਨੂੰ ਕਰਤਾਰਪੁਰੀ ਬੀੜ ਦੀ ਕਸਵੱਟੀ ਤੇ ਲਾਇਆ, ਫਿਰ ਇਹ ਕਰਤਾਰਪੁਰੀ ਬੀੜ ਆਪਣੇ ਆਪ ਅਨੁਕੂਲ ਤੇ ਪ੍ਰਮਾਣਿਕ ਕਸਵੱਟੀ ਬਣਾਈ ਜਾਂਦੀ ਹੈ ਤੇ ਬਣ ਜਾਂਦੀ ਹੈ। ਜਦੋਂ ਸਿੱਖਾਂ ਨੂੰ ਇਹਨਾਂ ਨਿਰਮਲੇ ਲਿਖਾਰੀਆਂ ਵੱਲੋਂ ਦੱਸਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਪਾਸ ਪੋਥੀ ਸਾਹਿਬ ਹੈ ਨਹੀਂ ਸੀ, ਇਹਦੇ ਪਿੱਛੇ ਸੁਝਾਅ ਇਹ ਹੈ ਕਿ ਧੀਰ ਮੱਲੀਆਂ ਨੇ ਪੋਥੀ ਸਾਹਿਬ ਸ਼ੁਰੂ ਤੋਂ ਹੀ ਆਪਣੇ ਪਾਸ ਰੱਖ ਲਈ ਸੀ ਤੇ ਉਸ ਸ਼ੁਰੂ ਤੋਂ ਹੀ ਉਹਨਾਂ ਦੇ ਪਾਸ ਹੈ ਤੇ ਰਹੀ ਹੈ। ਕਹਿਣਾ ਇਹ ਚਾਹੁੰਦੇ ਨੇ ਕਿ ਜਿਹੜੀ ਕਰਤਾਰਪੁਰੀ ਬੀੜ ਸਾਡੇ ਪਾਸ ਭਾਵ ਧੀਰ ਮੱਲੀਆਂ ਸੋਢੀਆਂ ਦੇ ਪਾਸ ਅਜੋਕੇ ਸਮੇਂ ਵਿੱਚ ਹੈ, ਇਹ ਦਰਅਸਲ ਪੋਥੀ ਸਾਹਿਬ ਹੀ ਹੈ। ਸੱਚ ਤਾਂ ਇਹ ਹੈ ਪਿਆਰਿਓ ਕਿ ਹਰ ਇੱਕ ਗੁਰੂ ਸਾਹਿਬਾਨ ਕੋਲ ਪਹਿਲੇ ਗੁਰੂਆਂ ਦੀ ਬਾਣੀ ਮੌਜੂਦ ਸੀ। ਜਿਸ ਵੇਲੇ ਤੋਂ ਪੋਥੀ ਸਾਹਿਬ ਦਾ ਸੰਪਾਦਨ ਗੁਰੂ ਅਰਜਨ ਪਾਤਸ਼ਾਹ ਵੱਲੋਂ ਹੋ ਗਿਆ, ਇਹ ਬੀੜ 6ਵੇਂ ਤੋਂ ਲੈ ਕੇ 10ਵੇਂ ਗੁਰੂ ਦੇ ਪਾਸ ਰਹੀ ਹੈ। ਇਹ ਬੀੜ ਦਾ ਪ੍ਰਕਾਸ਼ ਹਰ ਇੱਕ ਗੁਰੂ ਦੇ ਦਰਬਾਰ ਦਾ ਕੇਂਦਰੀ ਤੇ ਮਹੱਤਵਪੂਰਨ ਅੰਗ ਸੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਪਾਸ ਪੋਥੀ ਸਾਹਿਬ ਜਾਂ ਭਾਈ ਗੁਰਦਾਸ ਵਾਲੀ ਬੀੜ ਹੈ ਹੀ ਸੀ। ਦਿਲਚਸਪ ਗੱਲ ਇਹ ਹੈ ਕਿ ਇਹੋ ਗਿਆਨ ਸਿੰਘ ਇਸੇ ਤਵਾਰੀ ਗੁਰੂ ਖਾਲਸਾ ਵਿੱਚ ਪੰਨਾ 1062 ਤੇ ਲਿਖ ਰਿਹਾ ਹੈ ਕਿ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਮੁਕੰਮਲ ਕੀਤੀ ਤਾਂ 7 ਅਸ਼ੁੱਧੀਆਂ ਪ੍ਰਗਟ ਹੋਈਆਂ। ਸੋ ਸਵਾਲ ਇਹ ਹੈ ਕਿ ਜੇ ਗੁਰੂ ਸਾਹਿਬ ਕੋਲ ਪੋਥੀ ਸਾਹਿਬ ਪਾਸ ਹੈ ਨਹੀਂ ਸੀ ਤੇ ਇਹਨਾਂ ਅਸ਼ੁੱਧੀਆਂ ਦਾ ਪਤਾ ਕਿਸ ਤਰ੍ਹਾਂ ਹੋਇਆ? ਜੇ ਇਹ ਮੰਨ ਵੀ ਲਈਏ ਕਿ ਪੋਥੀ ਸਾਹਿਬ ਸ਼ੁਰੂ ਤੋਂ ਹੀ ਧੀਰ ਮੱਲੀਆਂ ਕੋਲੇ ਆ ਗਈ ਸੀ, ਸਾਨੂੰ ਪਤਾ ਹੈ ਕਿ ਕਰਤਾਰਪੁਰ 1718 ਵਿੱਚ ਅੱਗ ਨਾਲ ਸੜ ਕੇ ਤਬਾਹ ਹੋ ਗਿਆ ਸੀ। ਇਹਦਾ ਇਹ ਮਤਲਬ ਹੋਇਆ ਕਿ ਜੋ ਵੀ ਬੀੜਾਂ ਉਸ ਵੇਲੇ ਉੱਥੇ ਸਨ ਉਹ ਤਬਾਹ ਹੋ ਗਈਆਂ। ਇਸ ਦਾ ਫਿਰ ਇਹ ਮਕਸਦ ਹੋਇਆ ਕਿ ਜੋ ਵੀ ਬੀੜਾਂ ਅੱਜ ਕਰਤਾਰਪੁਰ ਵਿੱਚ ਮੌਜੂਦ ਹਨ
ਉਹ ਉਤਾਰਿਆਂ ਦੇ ਉਤਾਰੇ ਹੀ ਹੋ ਸਕਦੀਆਂ ਹਨ। ਮੈਂ 1951 ਵੱਲ ਆਉਣਾ ਚਾਹੁੰਦਾ ਕਿਉਂਕਿ ਇਹ ਸਾਲ ਇਸ ਅਸ਼ੁੱਧੀਆਂ ਵਾਲੇ ਵਿਸ਼ੇ ਲਈ ਇੱਕ ਮੀਲ ਪੱਥਰ ਹੈ। 1951 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛਾਪਣ ਤੇ ਪ੍ਰਕਾਸ਼ਿਤ ਕਰਨ ਦੀ ਕਿਰਿਆ ਦੁਕਾਨਦਾਰਾਂ ਤੇ ਵਪਾਰੀਆਂ ਦੇ ਹੱਥ ਵਿੱਚ ਸੀ। ਹੱਥ ਲਿਖਤ ਅਤੇ ਛਾਪੇ ਵਾਲੀਆਂ ਬੀੜਾਂ ਦੁਕਾਨਦਾਰਾਂ ਵੱਲੋਂ ਛਾਪ ਕੇ ਵੇਚੀਆਂ ਜਾਂਦੀਆਂ ਸਨ। ਛਾਪਣ ਦਾ ਤਰੀਕਾ ਟਾਈਪ ਪ੍ਰਿੰਟ ਪ੍ਰੈਸ ਸੀ, ਜਿਸ ਤਰੀਕੇ ਰਾਹੀਂ ਬੇਸ਼ੁਮਾਰ ਗਲਤੀਆਂ ਹੁੰਦੀਆਂ ਰਹਿੰਦੀਆਂ ਸਨ ਤੇ ਹੁਣ ਵੀ ਕਿਉਂ ਨਾ। ਇਹ ਟਾਈਪ ਪ੍ਰਿੰਟ ਪ੍ਰੈਸ ਦੀ ਇੱਕ ਬਲਾਕ ਦੀ ਤਸਵੀਰ ਹੈ। ਇੱਕ ਇੱਕ ਅੱਖਰ ਤੇ ਲਗ ਮਾਤਰ ਜੋੜ ਕੇ ਇੱਕ ਸਫ਼ਾ ਤਿਆਰ ਕੀਤਾ ਜਾਂਦਾ ਸੀ। ਕਿਤੇ ਕੋਈ ਅੱਖਰ ਡਿੱਗ ਪੈਂਦਾ ਸੀ, ਕਿਤੇ ਗਲਤ ਥਾਂ ਤੇ ਲਗਾਇਆ ਜਾਂਦਾ ਸੀ, ਜਾਂ ਕਿਧਰੇ ਕੋਈ ਅੱਖਰ ਜਾਂ ਲਗ ਮਾਤਰ ਉਂਝ ਹੀ ਖਤਮ ਹੋ ਜਾਂਦੀ ਸੀ, ਲੇਕਿਨ ਛਪਾਈ ਜਾਰੀ ਰਹਿੰਦੀ ਸੀ ਸਮੇਤ ਇਹਨਾਂ ਟਾਈਪ ਸੈਟ ਅਸ਼ੁੱਧੀਆਂ ਤੇ ਗਲਤੀਆਂ ਦੇ। 1951 ਬਾਰੇ ਕੁਝ ਵਿਸਥਾਰ ਦੀ ਲੋੜ ਹੈ। ਇਸ ਸਾਲ ਵਿੱਚ SGPC ਨੇ ਇੱਕ 5 ਮੈਂਬਰੀ ਕਮੇਟੀ ਸਥਾਪਿਤ ਕੀਤੀ ਸੀ, ਜਿਸ ਦੀ ਪ੍ਰਧਾਨਗੀ ਚੀਫ ਖਾਲਸਾ ਦੀਵਾਨ ਦੇ ਸੇਵਕ ਸਰਦਾਰ ਜੋਧ ਸਿੰਘ ਨੂੰ ਸੌਂਪੀ ਸੀ। ਇਸ ਕਮੇਟੀ ਦਾ ਕਾਰਜ ਕੰਮ ਪ੍ਰਚਲਿਤ ਬੀੜਾਂ ਨੂੰ ਕਰਤਾਰਪੁਰੀ ਬੀੜ ਦੀ ਕਸਵੱਟੀ ਤੇ ਪਰਖਣ ਦਾ ਸੀ, ਤਾਂ ਕਿ ਬੀੜਾਂ ਦੀ ਇਕਸਾਰਤਾ ਹੋ ਸਕੇ। 6 ਸਾਲਾਂ ਬਾਅਦ ਇਸ ਕਮੇਟੀ ਨੂੰ 10 ਮੈਂਬਰੀ ਬਣਾ ਦਿੱਤਾ। 5 ਵਿਅਕਤੀ SGPC ਵੱਲੋਂ ਨਿਯੁਕਤ ਕੀਤੇ ਗਏ ਅਤੇ ਬਾਕੀ ਦੇ 5 ਚੀਫ ਖਾਲਸਾ ਦੀਵਾਨ, ਸੰਤ ਸਮਾਜ, ਉਦਾਸੀਆਂ ਅਤੇ ਨਿਰਮਲਿਆਂ ਦੇ ਫਿਰਕੇ ਵਿੱਚੋਂ ਨਿਯਤ ਕੀਤੇ ਗਏ। ਕਮੇਟੀ ਦੀ ਬਣਤਰ ਕੁਝ ਸਵਾਲਾਂ ਦੇ ਜਵਾਬ ਮੰਗਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਬੰਧਿਤ ਕਾਰਜਾਂ ਵਿੱਚ ਉਹ ਲੋਕ ਬਿਠਾਏ ਜਾਂਦੇ ਹਨ ਜਿਨ੍ਹਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਹੀ ਨਹੀਂ। ਉਦਾਸੀ ਗੁਰੂ ਅੰਗਦ ਪਾਤਸ਼ਾਹ ਤੋਂ ਗੁਰੂ ਗੋਬਿੰਦ ਸਿੰਘ ਤੱਕ ਨੂੰ ਗੁਰੂ ਹੀ ਨਹੀਂ ਮੰਨਦੇ। ਗੁਰੂ ਨਾਨਕ ਤੋਂ ਬਾਅਦ ਉਹਨਾਂ ਦਾ ਗੁਰੂ ਸ੍ਰੀ ਚੰਦ ਹੈ। ਉਦਾਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦੇ। ਨਿਰਮਲੇ ਜਿਹੜੇ ਸਨ, ਉਹਨਾਂ ਦਾ ਮਕਸਦ ਸੀ ਸਿੱਖੀ ਨੂੰ ਸਨਾਤਨ ਰੰਗ ਚਾੜ੍ਹਨਾ। ਇਹ ਫਿਰਕਾ ਉਸ ਵੇਲੇ ਦੀ ਸਰਕਾਰ ਨਾਲ ਰਲ ਕੇ ਕੰਮ ਕਰ ਰਿਹਾ ਸੀ ਸਿੱਖੀ ਨੂੰ ਕਮਜ਼ੋਰ ਕਰਨ ਲਈ। ਸੰਤ ਸਮਾਜ ਦੇਹਧਾਰੀ ਗੁਰੂ ਡੰਮ ਨੂੰ ਮੰਨਦਾ ਸੀ। ਸ਼ਾਇਦ ਇਹਨਾਂ ਨਿਰਮਲਿਆਂ, ਉਦਾਸੀਆਂ ਤੇ ਸੰਤ ਸਮਾਜੀਆਂ ਨੂੰ ਇਸ ਕਮੇਟੀ ਵਿੱਚ ਸ਼ਾਮਲ ਹੋਣਾ ਇਸ ਕਰਕੇ ਕਬੂਲ ਸੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਇਕਸਾਰਤਾ ਉਸ ਕਰਤਾਰਪੁਰੀ ਬੀੜ ਅਨੁਸਾਰ ਹੋ ਰਹੀ ਸੀ ਜੋ ਕਿ ਧੀਰਮਲੀਆਂ ਅਤੇ ਸੋਢੀਆਂ ਨੂੰ ਪ੍ਰਵਾਨ ਸੀ। ਸ਼ਾਇਦ ਇਹਨਾਂ ਨੂੰ ਪਤਾ ਸੀ ਕਿ ਜੇ ਕਸਵੱਟੀ ਹੀ ਸਵਾਲੀਆ ਤੇ ਸ਼ੰਕਾਯੋਗ ਹੈ ਤਾਂ ਉਸ ਦਾ ਗੁਰਬਾਣੀ ਨੂੰ ਤਸਦੀਕ ਕਰਨ ਪੱਖੋਂ ਤਾਂ ਕੋਈ ਸਿੱਟਾ ਨਹੀਂ ਨਿਕਲਣਾ। ਸੋ ਕਿਉਂ ਨਾ ਅਸੀਂ ਇਸ ਕਮੇਟੀ ਦਾ ਹਿੱਸਾ ਬਣ ਜਾਈਏ। ਜਿੱਥੋਂ ਤੱਕ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਦਾ ਸਵਾਲ ਸੀ, ਇਸ 10 ਮੈਂਬਰੀ ਕਮੇਟੀ ਨੇ ਬਾਬਾ ਦੀਪ ਸਿੰਘ ਵਾਲੀ ਬੀੜ ਜੋ ਸ੍ਰੀ ਅਕਾਲ ਤਖਤ ਪ੍ਰਕਾਸ਼ ਸੀ, ਉਸ ਨੂੰ ਕਸਵੱਟੀ ਬਣਾ ਲਿਆ। ਇਹ ਬੀੜ ਕਿਉਂ ਚੁਣੀ ਤੇ ਬਾਕੀ ਦੀਆਂ 3 ਬੀੜਾਂ ਕਿਉਂ ਨਹੀਂ ਚੁਣੀਆਂ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਇਸ ਕਮੇਟੀ ਦੇ ਲਿਖਤੀ ਰਿਕਾਰਡ ਤੋਂ। ਖੈਰ, ਇਸ 10 ਮੈਂਬਰੀ ਕਮੇਟੀ ਦਾ ਲਕਸ਼ ਸਿੱਧਾ ਸੀ ਕਿ ਇੱਕ ਬੀੜ ਤਿਆਰ ਕਰਨੀ ਜੋ ਕਿ ਅਗਾਂਹ ਤੋਂ ਸਿਰਫ SGPC ਛਾਪੇਗੀ। ਇਸ ਕਮੇਟੀ ਨੇ 1959 ਤੱਕ ਕੰਮ ਕੀਤਾ ਤੇ ਇਸ ਦੀਆਂ 13 ਇਕੱਤਰਤਾਵਾਂ ਹੋਈਆਂ ਜਿਨ੍ਹਾਂ ਦਾ ਲਿਖਤੀ ਕਾਰਵਾਈ ਮਿਲਦੀ ਹੈ। ਇਸ ਕਮੇਟੀ ਦੇ ਉਪਰਾਲੇ ਦਾ ਨਤੀਜਾ ਇਹ ਸੀ ਕਿ 733 ਅਸ਼ੁੱਧੀਆਂ ਦੀ ਸੁਧਾਈ ਕੀਤੀ। ਆਰੰਭਕ ਵਾਕ ਇੱਕ ਓਂਕਾਰ ਤੋਂ ਗੁਰਪ੍ਰਸਾਦ ਤੱਕ 31 ਰਾਗਾਂ ਦੇ ਸਿਰਲੇਖ ਦੇ ਰੂਪ ਵਿੱਚ ਰਾਗਾਂ ਤੋਂ ਉੱਪਰ ਤੇ ਛੋਟੇ ਰੂਪ ਵਿੱਚ ਬਾਣੀਆਂ ਤੋਂ ਉੱਪਰ ਛਾਪਿਆ ਗਿਆ। ਇਸ ਤੋਂ ਅਗਾਂਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ SGPC ਦੇ ਛਾਪੇਖਾਨੇ ਰਾਮਸਰ ਪ੍ਰੈਸ ਅੰਮ੍ਰਿਤਸਰ ਵਿੱਚ ਹੋਣ ਲੱਗੀ, ਜਿਸ ਲਈ 1000 ਬਲੌਕ ਜਾਂ ਪਲੇਟਾਂ ਬਣਾਈਆਂ ਗਈਆਂ, ਜਿਸ ਦਾ ਸਦਕਾ ਬੀੜਾਂ ਲਈ ਟਾਈਪ ਸੈਟ ਛਪਾਈ ਦਾ ਜ਼ਮਾਨਾ ਖਤਮ ਕਰ ਦਿੱਤਾ ਗਿਆ। ਇਹ 1960 ਦਾ ਇੱਕ SGPC ਵੱਲੋਂ ਛਾਪਿਆ ਕਿਤਾਬਚਾ ਹੈ ਜਿਸ ਦਾ ਸਿਰਲੇਖ ਹੈ
ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬਾਰੇ ਜ਼ਰੂਰੀ ਵਾਕਫੀਅਤ। SGPC ਵੱਲੋਂ ਪਹਿਲੀ ਬੀੜ 1962 ਵਿੱਚ ਛਾਪੀ ਗਈ, ਜਿਸ ਨੂੰ ਸਿੱਖ ਜਗਤ ਸਗਲੀ ਬੀੜ ਦੇ ਨਾਮ ਨਾਲ ਵੀ ਜਾਣਦਾ ਹੈ। ਇਸ ਉਦਮ ਦਾ ਸਦਕਾ SGPC ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹ ਵਿਰੋਧਤਾ ਖਾਸ ਕਰਕੇ 3 ਧਿਰਾਂ ਵੱਲੋਂ ਸੀ: ਛਾਪੇਖਾਨੇ ਵਾਲੇ ਵਪਾਰੀ, ਚੀਫ ਖਾਲਸਾ ਦੀਵਾਨ ਅਤੇ ਸੰਤ ਸਮਾਜ। ਛਾਪੇਖਾਨਿਆਂ ਵੱਲੋਂ ਵਿਰੋਧ ਦਾ ਕਾਰਨ ਘਟਦੀ ਕਮਾਈ ਸੀ। ਉਹਨਾਂ ਦੀ ਬੀੜ 60 ਰੁਪਈਆਂ ਵਿੱਚ ਵਿਕਦੀ ਸੀ ਤੇ SGPC ਦੀ 25 ਨੂੰ। ਚੀਫ ਖਾਲਸਾ ਦੀਵਾਨ ਦਾ ਵਿਰੋਧ ਸਿਆਸਤ ਦੇ ਆਧਾਰ 'ਤੇ ਸੀ। SGPC ਉਸ ਵੇਲੇ ਕਾਂਗਰਸੀਆਂ ਦੇ ਹੱਥ ਵਿੱਚ ਸੀ ਤੇ ਦੀਵਾਨ ਵਾਲੇ ਅਕਾਲੀ ਦਲ ਦੇ ਹਮਾਇਤੀ ਸਨ। ਸੰਤ ਸਮਾਜ ਵਾਲਿਆਂ ਦਾ ਵਿਰੋਧ ਇਸ ਗੱਲ 'ਤੇ ਖੜਾ ਸੀ ਕਿ ਸਾਡੀ ਸੋਚ ਅਨੁਸਾਰ ਸੁਧਾਈ ਕਿਉਂ ਨਹੀਂ ਕੀਤੀ। ਲੇਕਿਨ ਜੜ ਰੂਪੀ ਇਲਜ਼ਾਮ ਜੋ ਆਮ ਸਿੱਖਾਂ ਵੱਲੋਂ ਲਗਾਇਆ ਜਾ ਰਿਹਾ ਸੀ ਉਹ ਇਹ ਸੀ ਕਿ SGPC ਨੇ ਗੁਰਬਾਣੀ ਬਦਲ ਦਿੱਤੀ ਹੈ, ਕਿ ਗੁਰਬਾਣੀ ਨਾਲ ਛੇੜਛਾੜ ਕਰ ਦਿੱਤੀ, ਕਿ ਗੁਰਬਾਣੀ ਨੂੰ ਤਬਦੀਲ ਕਰ ਦਿੱਤਾ। ਦਰਅਸਲ ਜਦੋਂ ਵੀ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਬਾਰੇ ਕੁਝ ਕਰਨ ਦੀ ਗੱਲ ਕਰਦਾ ਹੈ ਤਾਂ ਇਹੋ ਜਿਹੇ ਬੇਬੁਨਿਆਦੀ ਇਲਜ਼ਾਮ ਸ਼ੁਰੂ ਹੋ ਜਾਂਦੇ ਹਨ। ਇਹੋ ਭੜਕਾਊ ਇਲਜ਼ਾਮ ਡਾਕਟਰ ਪਿਆਰ ਸਿੰਘ ਅਤੇ GB ਸਿੰਘ ਖਿਲਾਫ ਬੋਲੇ ਜਾ ਰਹੇ ਸਨ। ਅੱਜ ਅਸੀਂ ਇਹੋ ਇਲਜ਼ਾਮ ਧਰਮਿੰਦਰ ਸਿੰਘ ਖਿਲਾਫ ਸੁਣ ਰਹੇ ਹਾਂ। ਅਜਿਹੇ ਬੇਬੁਨਿਆਦੀ ਇਲਜ਼ਾਮ ਸਿੱਖਾਂ ਨੂੰ ਭੜਕਾਉਣ ਵਿੱਚ ਕਾਮਯਾਬ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ 99% ਸਿੱਖਾਂ ਨੇ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਨਹੀਂ ਪੜ੍ਹੀ ਹੁੰਦੀ। ਜੇ ਪੜ੍ਹੀ ਵੀ ਹੈ ਧਿਆਨ ਨਾਲ ਨਹੀਂ। 99% ਸਿੱਖਾਂ ਨੂੰ ਔਂਕੜ ਅਤੇ ਸਿਹਾਰੀ ਦੇ ਲਗਾਉਣ ਦਾ ਕਾਰਨ ਬਾਰੇ ਕੋਈ ਜਾਣਕਾਰੀ ਨਹੀਂ। ਬਹੁਤੀ ਤਾਦਾਦ ਵਿੱਚ ਸਿੱਖਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਭਾਈ ਗੁਰਦਾਸ ਵਾਲੀ ਬੀੜ ਅਤੇ ਦਮਦਮੀ ਬੀੜ ਦੀਆਂ ਅਸਲੀ ਬੀੜਾਂ ਸਾਡੇ ਪਾਸ ਹੈ ਨਹੀਂ। ਬਹੁਤੇ ਸਿੱਖਾਂ ਨੂੰ ਕਰਤਾਰਪੁਰੀ ਬੀੜ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੀ ਸ਼ੁੱਧ ਛਪਾਈ ਦੀ ਕਸਵੱਟੀ ਹੈ, ਬਾਰੇ ਇਸ ਦੀ ਸ਼ੁੱਧਤਾ ਦੀ ਤੇ ਇਸ ਦੀ ਪ੍ਰਮਾਣਿਕਤਾ ਅਤੇ ਇਸ ਦੀ ਅਸਲੀਅਤ ਬਾਰੇ ਕੋਈ ਜਾਣਕਾਰੀ ਨਹੀਂ। ਬਹੁਤੀ ਤਾਦਾਦ ਵਿੱਚ ਸਿੱਖ ਜਗਤ ਨੂੰ ਇਹ ਵੀ ਜਾਣਕਾਰੀ ਨਹੀਂ, ਜਾਂ ਇੰਜ ਕਹਿ ਲਵੋ ਕਿ ਸਿੱਖ ਜਗਤ ਤੋਂ ਇਹ ਜਾਣਕਾਰੀ ਲੁਕਾ ਕੇ ਗੁੱਝੇ ਅਤੇ ਓਹਲੇ ਰੱਖੀ ਗਈ ਹੈ ਕਿ ਕਰਤਾਰਪੁਰੀ ਬੀੜ ਸਾਡੀ ਕਸਵੱਟੀ ਇੱਕ ਲਿਖਾਰੀ ਨੇ ਨਹੀਂ ਲਿਖੀ, ਬਲਕਿ ਅਨੇਕਾਂ ਲਿਖਾਰੀਆਂ ਨੇ ਲਿਖੀ ਹੈ। ਸਿੱਖ ਪੰਥ ਦੇ ਉੱਘੇ ਵਿਦਵਾਨ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੂੰ ਇਸ ਵਿਸ਼ੇ ਤੇ ਬੋਲਦਿਆਂ ਸੁਣੋ। ਕਰਤਾਰਪੁਰੀ ਸਾਹਿਬ ਵਾਲੀ ਬੀੜ ਵਾ, ਉਹਦੇ ਲਿਖਾਰੀ ਇੱਕ ਨਹੀਂ ਆ, ਇੱਕ ਪੰਨੇ ਤੇ ਹੀ 3 ਵੱਖ-ਵੱਖ ਲਿਖਤਾਂ ਮਿਲਦੀਆਂ ਨੇ। ਹੁਣ ਸਾਨੂੰ ਪਤਾ ਹੈ ਕਿ ਪੋਥੀ ਸਾਹਿਬ ਸਿਰਫ ਇੱਕ ਲਿਖਾਰੀ ਭਾਈ ਗੁਰਦਾਸ ਜੀ ਨੇ ਲਿਖੀ ਸੀ। ਸੋ ਇਹ ਤੇ ਸਪਸ਼ਟ ਹੈ ਕਿ ਕਰਤਾਰਪੁਰੀ ਬੀੜ ਪੋਥੀ ਸਾਹਿਬ ਨਹੀਂ ਤੇ ਨਾ ਹੀ ਭਾਈ ਗੁਰਦਾਸ ਵਾਲੀ ਬੀੜ ਹੈ। ਬਹੁਤੇ ਸਿੱਖਾਂ ਨੂੰ ਇਹ ਨਹੀਂ ਪਤਾ ਕਿ ਕਰਤਾਰਪੁਰੀ ਬੀੜ ਦਾ ਮੁੱਖ ਲਿਖਾਰੀ ਇਸ ਕਰਕੇ ਕਿਉਂਕਿ ਅਨੇਕਾਂ ਲਿਖਾਰੀ ਹਨ। ਪੰਜਾਬੀ ਦਾ ਨਹੀਂ ਲੇਕਿਨ ਹਿੰਦੀ ਦਾ ਮਾਹਰ ਹੈ। ਗੁਰਬਾਣੀ ਦੇ ਉੱਘੇ ਖੋਜੀ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੂੰ ਇਸ ਵਿਸ਼ੇ ਤੇ ਸਿੱਖ ਪੰਥ ਦੇ ਇੱਕ ਹੋਰ ਵਿਦਵਾਨ ਗਿਆਨੀ ਜੋਗਿੰਦਰ ਸਿੰਘ ਤਲਵਾੜਾ ਬਾਰੇ ਬੋਲਦਿਆਂ ਸੁਣੋ। ਮੁੱਖ ਲਿਖਾਰੀ ਜਿਹੜਾ ਹੈ ਭਾਈ ਜੋਗਿੰਦਰ ਸਿੰਘ ਤਲਵਾੜਾ ਦੱਸਦੇ ਸਨ ਕਿ ਜਾਪਦਾ ਹੈ ਉਹ ਹਿੰਦੀ ਦਾ ਵਿਦਵਾਨ ਸੀ, ਕਿ ਉਹਨੇ ਜਿਹੜੇ ਔਂਕੜ ਪਾਏ ਨੇ, ਦਲੈਂਕੜ ਪਾਏ ਨੇ, ਔਰ ਟਿੱਪੀ ਦੀ ਥਾਂ ਕੇਵਲ ਬਿੰਦੀ ਪਾਈ ਹਿੰਦੀ ਦੀ, ਥੱਲੇ ਔਂਕੜ ਪਾਏ ਜਿਹੜੇ ਨੇ ਉਹ ਵੀ ਹਿੰਦੀ ਨੁਮਾ ਨੇ। ਉਹ ਗੁਰਮੁਖੀ ਦਾ ਲਿਖਾਰੀ ਨਹੀਂ ਸੀ ਅਸਲ ਵਿੱਚ। ਸੋ ਅੱਜ ਵੀ ਇਹੀ ਕਹਾਣੀ ਹੈ ਸਿੱਖ ਜਗਤ ਦੀ। ਜਿਨ੍ਹਾਂ ਲੋਕਾਂ ਨੇ ਕਦੀ ਆਪਣੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਤੱਕ ਨਹੀਂ ਕੀਤਾ, ਕਾਵਾਂ ਰੌਲੀ ਪਾ ਰਹੇ ਹਨ ਕਿ ਧਰਮਿੰਦਰ ਸਿੰਘ ਨੇ ਗੁਰਬਾਣੀ ਬਦਲ ਦਿੱਤੀ ਹੈ, ਕਿ ਗੁਰਬਾਣੀ ਨਾਲ ਛੇੜਛਾੜ ਕਰ ਦਿੱਤੀ, ਕਿ ਗੁਰਬਾਣੀ ਨੂੰ ਤਬਦੀਲ ਕਰ ਦਿੱਤਾ। ਅਜਿਹੀਆਂ ਭਾਵਨਾਤਮਕ, ਜਜ਼ਬਾਤੀ ਅਤੇ ਭਾਵਕ ਇਲਜ਼ਾਮਾਂ ਦਾ ਖਤਰਾ ਇਹ ਹੈ ਕਿ ਇਹ ਅਸਲੀ ਮੁੱਦੇ ਵੱਲੋਂ ਧਿਆਨ ਹਟਾ ਦਿੰਦੀਆਂ ਹਨ। ਤੇ ਅਸਲੀ ਮੁੱਦਾ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਵਿੱਚ ਅਸ਼ੁੱਧੀਆਂ ਮੌਜੂਦ ਹਨ ਤੇ ਇਹਨਾਂ ਬਾਰੇ ਕੁਝ ਕਰਨਾ ਪਵੇਗਾ। ਸੋ ਇਹ ਪਿਆਰਿਓ,
1951 ਤੋਂ 1962 ਤੱਕ ਦੇ ਉਦਮ ਦੀ ਕਹਾਣੀ ਸੀ। ਆਓ ਆਪਾਂ 1974 ਵੱਲ ਨੂੰ ਆਈਏ। ਇਸ ਸਾਲ ਵਿੱਚ ਕੇਂਦਰੀ ਸਿੰਘ ਸਭਾ ਅੰਮ੍ਰਿਤਸਰ ਨੇ ਅੰਮ੍ਰਿਤਸਰ ਵਿੱਚ ਇੱਕ ਸੈਮੀਨਾਰ ਰੱਖਿਆ ਸੀ, ਜਿਸ ਦਾ ਸਿਰਲੇਖ ਸੀ ਸ੍ਰੀ ਗੁਰੂ ਗ੍ਰੰਥ ਵਿਚਾਰ ਸੰਮੇਲਨ। ਇਸ ਦਾ ਉਦਘਾਟਨ ਗੁਰਚਰਨ ਸਿੰਘ ਟੌਹੜਾ, ਪ੍ਰਧਾਨ SGPC ਨੇ ਕੀਤਾ ਸੀ। ਇਸ ਸੰਮੇਲਨ ਦੌਰਾਨ ਜੋਗਿੰਦਰ ਸਿੰਘ ਵਦਾਂਤੀ, ਜੋ ਕਿ ਉਸ ਵੇਲੇ ਦਰਬਾਰ ਸਾਹਿਬ ਦੇ ਗ੍ਰੰਥੀ ਸਨ, ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਗਲੀ ਬੀੜ ਵਿੱਚ ਪੈ ਚੁੱਕੀਆਂ ਤਕਰੀਬਨ 5000 ਅਸ਼ੁੱਧੀਆਂ ਦੀ ਇੱਕ ਲਿਸਟ ਪੇਸ਼ ਕੀਤੀ ਸੀ। ਇਸ ਸੰਮੇਲਨ ਵਿੱਚ ਹੋਰ ਵੀ ਗੁਰਬਾਣੀ ਦੇ ਖੋਜੀ ਹਸਤੀਆਂ ਹਾਜ਼ਰ ਸਨ, ਜੈਸੇ ਕਿ ਪ੍ਰਿੰਸੀਪਲ ਸਤਬੀਰ ਸਿੰਘ, ਪ੍ਰਿੰਸੀਪਲ ਹਰਭਜਨ ਸਿੰਘ ਅਤੇ ਗਿਆਨੀ ਗੁਰਦਿੱਤ ਸਿੰਘ। ਟੌਹੜੇ ਨੇ ਸਾਫ਼ ਕਹਿ ਦਿੱਤਾ ਕਿ ਇਹ ਵਿਸ਼ਾ ਚੁੱਪ ਚਪੀਤੇ ਅੰਦਰ ਖਾਤੇ ਵਿਚਾਰਨ ਵਾਲਾ ਹੈ, ਨਾ ਕਿ ਸ਼ਰੇਆਮ ਖੁੱਲ੍ਹ ਕੇ। ਫਿਰ 1977 ਵਿੱਚ SGPC ਵੱਲੋਂ ਇਸੇ ਵਿਸ਼ੇ ਨੂੰ ਹੋਰ ਡੂੰਘਾਈ ਨਾਲ ਖੋਜਣ ਲਈ ਇੱਕ 3 ਮੈਂਬਰੀ ਕਮੇਟੀ ਸਥਾਪਿਤ ਕੀਤੀ। ਅਗਵਾਈ ਨਾਮਵਰ ਗੁਰਬਾਣੀ ਦੇ ਖੋਜੀ ਰਣਧੀਰ ਸਿੰਘ ਹੋਰਾਂ ਕੀਤੀ, ਜਿਨ੍ਹਾਂ ਦੀ ਸਹਾਇਤਾ ਗਿਆਨੀ ਕੁੰਦਨ ਸਿੰਘ ਅਤੇ ਗਿਆਨੀ ਗਿਆਨ ਸਿੰਘ ਨਿਹੰਗ ਨੇ ਕੀਤੀ। ਇਸ ਕਮੇਟੀ ਨੇ ਕੁਝ 70 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਤੇ ਹੱਥ ਲਿਖਤ ਬੀੜਾਂ, ਜੋ ਕਿ ਉਸ ਵੇਲੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਮੌਜੂਦ ਸਨ, ਦੀ ਖੋਜ ਕੀਤੀ। ਇਸ ਕਮੇਟੀ ਵੱਲੋਂ ਇਹ ਰਿਪੋਰਟ ਪੇਸ਼ ਹੋਈ, ਜਿਸ ਦਾ ਸਿਰਲੇਖ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਠ ਸੈਂਚੀਆਂ ਤੇ ਹੱਥ ਲਿਖਤ ਬੀੜਾਂ ਦੇ ਪਰਸਪਰ ਪਾਠ ਭੇਦਾਂ ਦੀ ਸੂਚੀ। ਇਹ ਇਸ ਰਿਪੋਰਟ ਦੇ ਪਹਿਲੇ ਅਤੇ ਅਖੀਰਲੇ ਸਫ਼ੇ ਦੀ ਤਸਵੀਰ ਹੈ। ਇਹ ਮੈਂ ਇਸ ਕਰਕੇ ਸਰੋਤਿਆਂ ਦੇ ਧਿਆਨ ਗੋਚਰੇ ਲਿਆ ਰਿਹਾ ਤਾਂ ਕਿ ਪਤਾ ਚੱਲੇ ਕਿ ਮਿਹਨਤ ਕਿੰਨੀ ਕੀਤੀ ਇਸ ਕਮੇਟੀ ਨੇ ਅਤੇ ਅਸ਼ੁੱਧੀਆਂ ਦਾ ਮਸਲਾ ਕਿੰਨਾ ਡੂੰਘਾ ਹੈ। 60-70 ਬੀੜਾਂ ਨੂੰ, ਸੈਂਚੀਆਂ ਨੂੰ ਪ੍ਰਕਾਸ਼ ਕਰਨਾ ਤੇ ਇੱਕ ਇੱਕ ਅੱਖਰ ਕਰਕੇ ਇਹਨਾਂ ਸਾਰੀਆਂ ਬੀੜਾਂ ਵਿੱਚ ਭੇਦ ਲੱਭਣੇ, ਇਹ ਕੋਈ ਸੁਖਾਲਾ ਕੰਮ ਨਹੀਂ। SGPC ਵਿੱਚ ਗੁਰਬਾਣੀ ਦੀ ਸ਼ੁੱਧ ਛਪਾਈ ਨੂੰ ਸਮਰਪਿਤ ਅਤੇ ਇਮਾਨਦਾਰ ਖੋਜੀ ਤੇ ਜ਼ਰੂਰ ਸਨ, ਪਰ ਉਹ ਆਗੂ ਨਹੀਂ ਸਨ ਜਿਨ੍ਹਾਂ ਵਿੱਚ ਕੁਝ ਕਰਨ ਦੀ ਹਿੰਮਤ ਤੇ ਦਲੇਰੀ ਹੋਵੇ। ਇਸ ਰਿਪੋਰਟ ਦੀਆਂ ਸਿਰਫ 500 ਕਾਪੀਆਂ ਛਪੀਆਂ ਤੇ SGPC ਤੋਂ ਬਾਹਰ ਇਹ ਵੰਡੀ ਹੀ ਨਹੀਂ। SGPC ਦੇ ਆਗੂ ਸ਼ਾਇਦ ਇਹ ਨਹੀਂ ਸੀ ਚਾਹੁੰਦੇ ਕਿ ਇਹ ਮਸਲਾ ਖੁੱਲ੍ਹ ਕੇ ਸਿੱਖ ਜਗਤ ਦੇ ਸਾਹਮਣੇ ਆਵੇ। ਜਾਪਦਾ ਹੈ ਕਿ SGPC ਦੇ ਆਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਵਿੱਚ ਪੈ ਚੁੱਕੀਆਂ ਅਸ਼ੁੱਧੀਆਂ ਤੋਂ ਜਾਣੂ ਤਾਂ ਸਨ, ਪਰ ਕੁਝ ਕਰਨ ਤੋਂ ਸ਼ਰਮਾਉਂਦੇ ਜਾਂ ਡਰਦੇ ਸਨ। ਸੋ ਅਜਿਹੇ ਆਗੂਆਂ ਕੋਲ ਚਾਰੇ ਦੋ ਹੀ ਸਨ: ਜਾਂ ਤੇ ਘੁੱਗੂ ਉੱਲੂ ਦੀ ਤਰ੍ਹਾਂ ਅੱਖਾਂ ਮੀਟ ਕੇ ਬੈਠ ਰਹੋ ਇਸ ਉਡੀਕ ਵਿੱਚ ਕਿ ਇਹ ਮਸਲਾ ਆਪਣੇ ਆਪ ਅਲੋਪ ਹੋ ਜਾਵੇਗਾ, ਤੇ ਜਾਂ ਫਿਰ ਚੁੱਪ ਚਪੀਤੇ ਗੁਪਤ ਤਰੀਕੇ ਨਾਲ ਚੋਰੀ ਛਿਪੇ ਅੰਦਰ ਖਾਤੇ ਕੰਮ ਕਰੀ ਜਾਓ। SGPC ਦੇ ਖੋਜੀਆਂ ਤੋਂ ਇਲਾਵਾ ਹੋਰ ਵੀ ਗੁਰਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਬਾਬਤ ਖੋਜ ਸਿੱਖ ਜਗਤ ਦੇ ਸਾਹਮਣੇ ਰੱਖੀ। 4 ਵਿਅਕਤੀਆਂ ਦੇ ਨਾਮ ਸਾਡੇ ਸਾਹਮਣੇ ਆਉਂਦੇ ਨੇ: ਜੋਗਿੰਦਰ ਸਿੰਘ ਤਲਵਾੜਾ ਜੀ, ਜੋਗਿੰਦਰ ਸਿੰਘ ਵਦਾਂਤੀ ਜੀ, ਜਗਤਾਰ ਸਿੰਘ ਜਾਚਕ ਜੀ ਅਤੇ ਗੁਰਬਚਨ ਸਿੰਘ ਭਿੱਡਰਾਂ ਜੀ। ਸਰੋਤਿਆਂ ਦੇ ਮਨ ਵਿੱਚ ਸ਼ਾਇਦ ਇਹ ਸਵਾਲ ਹੋਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਚਲਿਤ ਬੀੜਾਂ ਵਿੱਚ ਕਿਸ ਕਿਸਮ ਦੀਆਂ ਅਸ਼ੁੱਧੀਆਂ ਹਨ। ਤੋ ਇੱਕ ਉਹ ਅਸ਼ੁੱਧੀਆਂ ਨੇ ਜਿਹੜੀਆਂ ਉਦੋਂ ਵਜੂਦ ਵਿੱਚ ਆ ਗਈਆਂ ਜਦੋਂ ਜੁੜਵੇਂ ਅੱਖਰਾਂ ਵਾਲੀਆਂ ਬੀੜਾਂ ਦਾ ਪਰਿਛੇਦ ਕੀਤਾ ਗਿਆ। ਦੂਜੇ ਨੰਬਰ ਤੇ ਉਹ ਅਸ਼ੁੱਧੀਆਂ ਨੇ ਜਿਹੜੀਆਂ ਵਿਆਕਰਨ ਨਾਲ ਸੰਬੰਧਿਤ ਹਨ। ਕਿਤੇ ਕੋਈ ਸਿਹਾਰੀ ਜਾਂ ਔਂਕੜ ਨਹੀਂ ਲੱਗਾ ਜਿੱਥੇ ਭਾਵ ਅਰਥ ਅਨੁਸਾਰ ਚਾਹੀਦਾ ਸੀ, ਕਿਤੇ ਗਲਤੀ ਨਾਲ ਲਗਾਇਆ ਗਿਆ। ਕਿਉਂਕਿ ਇਹ ਵਿਆਕਰਨਕ ਚਿੰਨ੍ਹ ਬੁਲਾਏ ਨਹੀਂ ਜਾਂਦੇ, ਇਸ ਕਰਕੇ ਇਹਨਾਂ ਦਾ ਨਾ ਹੋਣਾ ਨਜ਼ਰਅੰਦਾਜ਼ ਹੋ ਜਾਂਦਾ ਹੈ ਪ੍ਰੂਫ ਰੀਡਿੰਗ ਵੇਲੇ। ਤੀਜੇ ਨੰਬਰ ਤੇ ਐਸੀਆਂ ਅਸ਼ੁੱਧੀਆਂ ਹਨ ਜਿੱਥੇ ਕਿ ਪੰਕਤੀਆਂ ਵਿੱਚੋਂ ਮੁਕੰਮਲ ਲਫ਼ਜ਼ ਛੱਡੇ ਹੋਏ ਹਨ। ਇਸ ਤੋਂ ਇਲਾਵਾ ਉਚਾਰਨ ਦਾ ਵਿਸ਼ਾ ਹੈ। ਜਿਨ੍ਹਾਂ ਸਮਿਆਂ ਵਿੱਚ ਗੁਰਬਾਣੀ ਲਿਖੀ ਗਈ ਸੀ, ਉਸ ਸਮੇਂ ਟਿੱਪੀਆਂ ਅਤੇ ਬਿੰਦੀਆਂ ਬੋਲੀਆਂ ਤਾਂ ਜਾਂਦੀਆਂ ਸਨ, ਪਰ ਲਿਖੀਆਂ ਨਹੀਂ ਸੀ ਜਾਂਦੀਆਂ। ਸੋ ਸਾਡੇ ਪਾਸ ਐਸੀਆਂ ਬੀੜਾਂ ਹਨ ਜਿਨ੍ਹਾਂ ਵਿੱਚ ਇਹ ਬਿੰਦੀਆਂ ਲਗਾਈਆਂ ਗਈਆਂ ਹਨ।
ਔਰ ਅਨੇਕਾਂ ਗਲਤ ਥਾਵਾਂ 'ਤੇ, ਜਿਨ੍ਹਾਂ ਰਾਹੀਂ ਅਰਥ ਦਾ ਅਨਰਥ ਹੋ ਜਾਂਦਾ ਹੈ। ਅੱਗੇ ਉਹ ਅਸ਼ੁੱਧੀਆਂ ਹਨ ਜੋ ਜਾਣ ਬੁੱਝ ਕੇ ਕਿਸੇ ਏਜੰਡੇ ਦੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਈਆਂ ਗਈਆਂ ਹਨ। ਉਦਾਹਰਣ ਦੇ ਤੌਰ 'ਤੇ ਸਾਨੂੰ ਪਤਾ ਹੈ ਕਿ ਇਹ ਆਰੰਭਕ ਵਾਕ 1 ਤੋਂ ਗੁਰਪ੍ਰਸਾਦ ਤੱਕ ਹੈ। ਇਸ ਤੋਂ ਅੱਗੇ ਜਪ ਲਫ਼ਜ਼ ਬਾਣੀ ਦਾ ਸਿਰਲੇਖ ਹੈ, ਭਾਵ ਇੱਥੋਂ ਜਪ ਬਾਣੀ ਸ਼ੁਰੂ ਹੁੰਦੀ ਹੈ। ਇਸ ਤੋਂ ਅੱਗੇ ਜਪ ਬਾਣੀ ਦਾ ਪਹਿਲਾ ਸ਼ਲੋਕ ਹੈ, ਆਦਿ ਸੱਚ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ। ਇਹ ਤਿੰਨੇ ਹਿੱਸੇ ਆਰੰਭਕ ਵਾਕ, ਬਾਣੀ ਦਾ ਸਿਰਲੇਖ ਅਤੇ ਪਹਿਲਾ ਸ਼ਲੋਕ ਵੱਖ ਅਤੇ ਅੱਡ ਹਨ। ਕਿਉਂਕਿ ਇਹ ਅਲੱਗ ਤੇ ਅਲੱਗਾ ਹਨ, ਇਹਨਾਂ ਹਿੱਸਿਆਂ ਨੂੰ ਡੰਡੀਆਂ ਲਾ ਕੇ ਵੱਖਰੇ ਕੀਤਾ ਹੋਇਆ ਹੈ। ਹੱਥ ਲਿਖਤ ਬੀੜਾਂ ਵਿੱਚ ਜਪ ਲਫ਼ਜ਼ ਦੀ ਲਿਖਣ ਸ਼ੈਲੀ ਵੀ ਐਸੀ ਹੀ ਹੈ। ਜਪ ਤੋਂ ਅੱਗੇ ਤੇ ਪਿੱਛੇ ਡੰਡੀਆਂ ਹਨ। ਹੁਣ ਕਈ ਸਾਡੇ ਪੰਥ ਵਿੱਚ ਇਹ ਗਲਤ ਖਿਆਲ ਰੱਖਦੇ ਹਨ ਕਿ ਆਰੰਭਕ ਵਾਕ 1 ਤੋਂ ਲੈ ਕੇ ਹੋਸੀ ਭੀ ਸੱਚ ਤੱਕ ਹੈ। ਸੋ ਇਹ ਤਬਕਾ ਇਹਨਾਂ ਡੰਡੀਆਂ ਨੂੰ ਹਟਾ ਕੇ ਆਪਣੇ ਗੁਟਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਛਾਪਦੇ ਹਨ। ਆਹ ਤੁਹਾਡੇ ਸਾਹਮਣੇ ਤਸਵੀਰ ਹੈ ਡੇਰਾ ਚੌਂਕ ਮਹਿਤਾ ਭਿੰਡਰਾਂ ਜਥਾ ਵਾਲਿਆਂ ਵੱਲੋਂ ਦਮਦਮੀ ਟਕਸਾਲ ਦੇ ਨਾਮ ਹੇਠ ਛਾਪੀ ਗੁਰਬਾਣੀ ਦਾ। ਜੈਸੇ ਕਿ ਸਰੋਤੇ ਦੇਖ ਸਕਦੇ ਹਨ, ਜਪ ਲਫ਼ਜ਼ ਤੋਂ ਪਹਿਲੇ ਵਾਲੀਆਂ 2 ਡੰਡੀਆਂ ਹਟਾਈਆਂ ਗਈਆਂ ਹਨ। ਫਿਰ ਇਹਨਾਂ ਤਿੰਨਾਂ ਵੱਖ-ਵੱਖ ਤੇ ਅੱਡ ਹਿੱਸਿਆਂ ਨੂੰ ਆਰੰਭਕ ਵਾਕ, ਬਾਣੀ ਦੇ ਸਿਰਲੇਖ ਤੇ ਪਹਿਲੇ ਸ਼ਲੋਕ ਨੂੰ ਇੱਕੋ ਰੰਗ ਦੀ ਸ਼ਾਹੀ ਵਿੱਚ ਛਾਪਿਆ ਗਿਆ ਹੈ। ਇਹ ਏਜੰਡਾ ਸਿੱਧ ਕਰਨ ਲਈ ਕਿ ਇਹ 3 ਅਲੱਗ ਹਿੱਸੇ ਨਹੀਂ ਬਲਕਿ ਇੱਕੋ ਹਿੱਸਾ ਹੈ। ਲੇਕਿਨ ਸਭ ਤੋਂ ਗੰਭੀਰ ਅਸ਼ੁੱਧੀਆਂ ਤੇ ਗਲਤੀਆਂ ਦਾ ਕਾਰਨ ਉੱਥੇ ਬਣਦਾ ਹੈ ਜਿੱਥੇ ਕਸਵੱਟੀ ਨੁਕਸਦਾਰ ਜਾਂ ਊਣੀ ਹੋਵੇ। ਜਿਹੜੀ ਕਸਵੱਟੀ SGPC ਨੇ ਵਰਤੀ ਹੈ ਉਹ ਹੈ ਕਰਤਾਰਪੁਰੀ ਬੀੜ, ਜੋ ਕਿ ਧੀਰ ਮੱਲੀਆਂ ਤੇ ਸੋਢੀਆਂ ਦੇ ਕਬਜ਼ੇ ਵਿੱਚ ਹੈ ਤੇ ਰਹੀ ਹੈ। ਹੁਣ ਜੇਕਰ ਇਹ ਕਰਤਾਰਪੁਰੀ ਬੀੜ ਉਹਨਾਂ ਉਤਾਰਿਆਂ ਦਾ ਉਤਾਰਾ ਹੈ ਜਿਨ੍ਹਾਂ ਉਤਾਰਿਆਂ ਵਿੱਚ ਅਨੇਕਾਂ ਅਸ਼ੁੱਧੀਆਂ, ਤਰੁੱਟੀਆਂ ਤੇ ਗਲਤੀਆਂ ਅਣਗਹਿਲੀ ਦੇ ਕਾਰਨ ਜਾਂ ਜਾਣਬੁੱਝ ਕੇ ਕਿਸੇ ਏਜੰਡੇ ਦੇ ਕਾਰਨ ਪਾਈਆਂ ਗਈਆਂ ਹੋਵਣ, ਤਾਂ ਇਸ ਦਾ ਮਤਲਬ ਇਹ ਹੋਇਆ ਕਿ 1951 ਤੋਂ ਜੋ ਵੀ ਉਪਰਾਲੇ SGPC ਨੇ ਸ਼ੁੱਧ ਬੀੜਾਂ ਛਾਪਣ ਦੇ ਕੀਤੇ ਹਨ, ਉਹਨਾਂ ਉਪਰਾਲਿਆਂ 'ਤੇ ਗਹਿਰੇ ਸਵਾਲ ਤੇ ਸ਼ੰਕੇ ਉੱਠ ਰਹੇ ਹਨ। ਇੱਥੇ ਆ ਕੇ ਇੱਕ ਹੋਰ ਨੁਕਤਾ ਵਿਚਾਰਨ ਦੀ ਲੋੜ ਹੈ, ਜਿਸ ਬਾਰੇ ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਲਿਖਿਆ ਹੈ। ਯਾਦ ਰਹੇ ਕਿ ਤਲਵਾੜਾ ਜੀ ਗੁਰਬਾਣੀ ਦੇ ਖੋਜੀ ਤੇ ਸ਼ੁੱਧ ਛਪਾਈ ਦੇ ਸਿਰ ਕੱਢ ਮਾਹਰ ਹਨ। ਉਹ ਲਿਖਦੇ ਹਨ ਕਿ ਜਦੋਂ ਉਹਨਾਂ ਆਪਣੀ ਖੋਜ ਗੁਰਚਰਨ ਸਿੰਘ ਟੌੜਾ ਦੇ ਧਿਆਨ ਵਿੱਚ ਲਿਆਂਦੀ ਤਾਂ ਟੌੜਾ ਨੇ 2 ਗੱਲਾਂ ਕਹੀਆਂ। ਪਹਿਲੀ ਇਹ ਕਿ ਇਹ ਵਿਸ਼ਾ ਚੁੱਪ ਚਪੀਤੇ ਤੇ ਅੰਦਰ ਖਾਤੇ ਵਿਚਾਰਨ ਵਾਲਾ ਹੈ, ਨਾ ਕਿ ਸ਼ਰੇਆਮ ਖੁੱਲ੍ਹ ਕੇ। ਤੇ ਦੂਜਾ ਇਹ ਕਿ ਇਸ ਨੂੰ ਹੱਲ ਕਰਨ ਦਾ ਤਰੀਕਾ ਉਹੀ ਹੈ ਜੋ ਡੇਰਾ ਚੌਂਕ ਮਹਿਤਾ ਅਤੇ ਭਿੰਡਰਾਂ ਜਥੇ ਵਾਲਿਆਂ ਨੇ ਉਹਨਾਂ ਦੇ ਆਗੂ ਬਾਬਾ ਗੁਰਪਰਜਨ ਸਿੰਘ ਨੇ ਅਪਣਾਇਆ। ਭਾਵ ਚੁੱਪ ਚਪੀਤੇ ਅੰਦਰ ਖਾਤੇ, ਬਿਨਾਂ ਕਿਸੇ ਇਤਲਾਹ, ਬਿਨਾਂ ਕਿਸੇ ਐਲਾਨ, ਭਾਵ ਚੋਰੀ ਛਿਪੇ ਛੁਦਾਈ ਤੇ ਛਪਾਈ ਕਰਨੀ। ਆਹ ਸੁਣੋ ਗੁਰਬਾਣੀ ਦੇ ਖੋਜੀ ਤੇ ਸ਼ੁੱਧ ਛਪਾਈ ਦੇ ਸਿਰ ਕੱਢ ਮਾਹਰ ਗਿਆਨੀ ਜਗਤਾਰ ਸਿੰਘ ਜਾਚਕ ਹੋਰਾਂ ਨੂੰ ਇਸ ਵਿਸ਼ੇ ਤੇ ਬੋਲਦਿਆਂ। ਤੇ ਜਹਦਰ ਟੌੜਾ ਜੀ ਨੇ ਕਿਹਾ ਕਿ ਭਾਈ ਜਿਵੇਂ ਬਾਬਾ ਗੁਰਪ੍ਰਜਨ ਸਿੰਘ ਜੀ ਦੇ ਅਨੁਯਾਈ ਜਿਹੜੇ ਨੇ ਉਹ ਚੁੱਪ ਚਪੀਤੇ ਕੰਮ ਕਰੀ ਜਾ ਰਹੇ ਨੇ, ਤੁਸੀਂ ਵੀ ਕਰੀ ਜਾਓਗੇ। ਤਾਂ ਹੁੰਦਾ ਵੀ ਐਸਾ ਰਿਹਾ। ਜੋ ਜਾਣਕਾਰੀ ਸਾਨੂੰ ਤਲਵਾੜਾ ਜੀ ਤੇ ਜਾਚਕ ਜੀ ਦੇ ਰਹੇ ਹਨ, ਉਸ ਮੁਤਾਬਕ ਅਸੀਂ 2 ਸਿੱਟੇ ਨਿਕਾਲ ਸਕਦੇ ਹਾਂ। ਪਹਿਲਾ ਇਹ ਕਿ ਡੇਰਾ ਚੌਂਕ ਮਹਿਤਾ ਭਿੰਡਰਾਂ ਵਾਲੇ ਬਹੁਤ ਦੇਰ ਤੋਂ ਚੁੱਪ ਚਪੀਤੇ ਅੰਦਰ ਖਾਤੇ, ਬਿਨਾਂ ਕਿਸੇ ਇਤਲਾਹ, ਬਿਨਾਂ ਕਿਸੇ ਐਲਾਨ, ਭਾਵ ਚੋਰੀ ਛਿਪੇ ਛੁਦਾਈ ਤੇ ਛਪਾਈ ਕਰਦੇ ਆ ਰਹੇ ਹਨ। ਦੂਜਾ ਕਿ SGPC ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਸੀ ਤੇ ਹੈ। ਇਸ ਦਾ ਸਬੂਤ ਇਸ ਗੱਲ ਵਿੱਚ ਹੈ ਕਿ ਟੌੜਾ ਖੁਦ ਕਹਿ ਰਿਹਾ ਹੈ ਕਿ ਡੇਰਾ ਚੌਂਕ ਮਹਿਤਾ ਵਾਲਿਆਂ ਦਾ ਤਰੀਕਾ ਸਭ ਤੋਂ ਬਿਹਤਰ ਹੈ। ਸਾਨੂੰ ਇਹ ਵੀ ਪਤਾ ਹੈ ਕਿ SGPC ਡੇਰਾ ਚੌਂਕ ਮਹਿਤਾ ਵਾਲਿਆਂ ਨਾਲ ਸ਼ੁਰੂ ਤੋਂ ਹੀ ਗੰਢ ਤੋਪਾ ਰਿਹਾ ਹੈ। ਦੋਨੋਂ ਧਿਰਾਂ ਸ਼ੁਰੂ ਤੋਂ ਇੱਕ ਮੁੱਠ ਕੰਮ ਕਰ ਰਹੀਆਂ ਹਨ।
ਜਦੋਂ 1962 ਵਿੱਚ ਸੰਗਲੀ ਬੀੜ ਪਹਿਲੀ ਵਾਰ ਰਾਮਸਰ ਵਿੱਚ ਛਾਪੀ ਗਈ ਤਾਂ ਉਸ ਵੇਲੇ SGPC ਵੱਲੋਂ ਪ੍ਰੂਫ ਸ਼ੋਧਨ ਦੀ ਜ਼ਿੰਮੇਵਾਰੀ ਉੱਤੇ ਉਸ ਵੇਲੇ ਦੇ ਡੇਰਾ ਚੌਂਕ ਮਹਿਤਾ ਦਾ ਮੁਖੀ ਬਾਬਾ ਕਰਤਾਰ ਸਿੰਘ ਬਿਠਾਇਆ ਸੀ। ਇਸ ਦਾ ਇਹ ਭਾਵ ਹੋਇਆ ਕਿ ਜਿੱਥੋਂ ਤੱਕ SGPC ਵੱਲੋਂ ਛਾਪੀਆਂ ਪੀੜਾਂ ਵਿੱਚ ਅਸ਼ੁੱਧੀਆਂ, ਤਰੁੱਟੀਆਂ ਤੇ ਗਲਤੀਆਂ ਨੂੰ ਸੋਧਣ ਦਾ ਕੰਮ ਸੀ, ਉਸ ਦੀ ਆਖਰੀ ਜ਼ਿੰਮੇਵਾਰੀ ਡੇਰਾ ਚੌਂਕ ਮਹਿਤਾ ਦੇ ਹੱਥ ਵਿੱਚ ਸੀ। ਨਾਲ ਇਹ ਵੀ ਧਿਆਨ ਵਿੱਚ ਲਿਆਉਣ ਵਾਲੀ ਗੱਲ ਹੈ ਕਿ ਸਿੱਖ ਪੰਥ ਦੀਆਂ ਦੋ ਵੱਡੀਆਂ ਸੰਸਥਾਵਾਂ SGPC ਅਤੇ ਸ਼੍ਰੋਮਣੀ ਅਕਾਲੀ ਦਲ 1960 ਤੋਂ ਡੇਰਾਵਾਦ ਦੇ ਪ੍ਰਭਾਵ, ਅਸਰ ਅਤੇ ਦਬਦਬਾ ਹੇਠ ਆਉਣੀਆਂ ਸ਼ੁਰੂ ਹੋ ਗਈਆਂ ਸਨ। 1961 ਵਿੱਚ ਜਦੋਂ ਸੰਗਲੀ ਬੀੜ ਦਾ ਵਿਸ਼ਾ ਕੌਮ ਦਾ ਵੱਡਾ ਵਿਸ਼ਾ ਸੀ, ਇਹ ਦੋਨੋਂ ਸੰਸਥਾਵਾਂ ਡੇਰੇ ਵਾਲੇ ਸੰਤਾਂ ਦੇ ਅਗਵਾਈ ਹੇਠ ਸਨ। SGPC ਦੇ ਪ੍ਰਧਾਨ ਸੰਤ ਚੰਨਣ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਸੰਤ ਫਤਿਹ ਸਿੰਘ ਦੇ ਹੱਥ ਵਿੱਚ ਸੀ ਉਸ ਵੇਲੇ। ਸੋ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਡੇਰਾ ਚੌਂਕ ਮਹਿਤਾ ਦਾ ਮੁਖੀ ਸੰਗਲੀ ਬੀੜ ਦਾ ਮੁੱਖ ਪ੍ਰੂਫ ਸੋਧਕ, ਚੀਫ ਪ੍ਰੂਫ ਰੀਡਰ ਬਣ ਬੈਠਾ। ਇੱਕ ਹੋਰ ਗੱਲ ਧਿਆਨ ਵਿੱਚ ਲਿਆਉਣ ਵਾਲੀ ਹੈ, SGPC 1962 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਛਾਪ ਰਹੀ ਹੈ, ਭਾਵ 60 ਸਾਲਾਂ ਤੋਂ। ਜੇਕਰ ਅਸੀਂ ਇਹਨਾਂ ਛਾਪੀਆਂ ਬੀੜਾਂ ਵੱਲ ਧਿਆਨ ਮਾਰੀਏ ਤਾਂ ਪਤਾ ਚੱਲਦਾ ਕਿ ਛਪਾਈ ਵਾਲਾ ਸਾਲ 1962 ਹੀ ਹੈ, ਬਦਲਿਆ ਨਹੀਂ। ਇਹਨਾਂ 60 ਸਾਲਾਂ ਵਿੱਚ ਨਾ ਕੋਈ ਦੂਜੀ ਐਡੀਸ਼ਨ, ਨਾ ਤੀਜੀ, ਨਾ ਚੌਥੀ, ਭਾਵ ਕੋਈ ਸੁਧਾਈ ਕੀਤੀ ਨਹੀਂ ਇਹਨਾਂ 60 ਸਾਲਾਂ ਵਿੱਚ। ਜਾਂ ਫਿਰ ਸੁਧਾਈ ਕੀਤੀ ਤੇ ਜ਼ਰੂਰ, ਪਰ ਤਰੀਕਾ ਉਹੀ ਵਰਤਿਆ ਜਿਹੜਾ ਡੇਰਾ ਚੌਂਕ ਮਹਿਤਾ ਅਤੇ ਭਿੰਡਰਾਂ ਜਥੇ ਵਾਲਿਆਂ ਨੇ ਅਪਣਾਇਆ, ਭਾਵ ਚੁੱਪ ਚਪੀਤੇ ਅੰਦਰ ਖਾਤੇ ਬਿਨਾਂ ਕਿਸੇ ਐਲਾਨ ਤੋਂ ਛਪਾਈ ਹੁੰਦੀ ਰਹੀ ਹੈ। ਤੇ ਇਸ ਗੱਲ ਤੇ ਪਰਦਾ ਪਾਉਣ ਲਈ ਨਾ ਤੇ 60 ਸਾਲਾਂ ਵਿੱਚ ਇਹ ਲਿਖਿਆ ਕਿਸੇ ਬੀੜ ਤੇ ਕਿ ਇਹ ਦੂਜੀ ਜਾਂ 10ਵੀਂ ਜਾਂ 16ਵੀਂ ਐਡੀਸ਼ਨ ਹੈ, ਤੇ ਨਾ ਹੀ ਪ੍ਰਕਾਸ਼ਿਤ ਕਰਨ ਦਾ ਸਾਲ ਪਾਇਆ। ਗਿਆਨੀ ਜਗਤਾਰ ਸਿੰਘ ਜੀ ਇਸ ਵਿਸ਼ੇ ਬਾਰੇ ਇੰਜ ਕਹਿ ਰਹੇ ਹਨ। ਫਿਰ ਇਹ ਵੀ ਚਲਾਕੀ ਹੁੰਦੀ ਰਹੀ ਕਿ ਕਿਸੇ ਵੀ ਐਡੀਸ਼ਨ ਤੇ ਸਨ ਨਹੀਂ ਪਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਜੇ ਸਨ ਕੁਝ ਮਿਲਦੇ ਨੇ ਤਾਂ ਇੱਕੋ ਹੀ ਸਨ ਮਿਲਦਾ ਹੈ, 1991 ਵਿੱਚ ਸੰਗਲੀ ਬੀੜ ਦਾ ਤੇ 1994 ਦੀ ਐਡੀਸ਼ਨ ਜਿਹੜੀ ਅਧਸ਼ੇਦ ਛਾਪੀ ਬੀੜ, ਇਹ ਦੋ ਸਨ ਪਾਏ ਨੇ ਐਡੀਸ਼ਨਾਂ ਤੇ, ਬਾਕੀ ਕਿਸੇ ਐਡੀਸ਼ਨ ਤੇ ਸਨ ਨਹੀਂ ਪਾਏ। ਮੰਨਣ ਵਾਲੀ ਗੱਲ ਸ਼ਾਇਦ ਇਹੀ ਹੈ ਕਿ SGPC ਪਿਛਲੇ 60 ਸਾਲਾਂ ਤੋਂ ਵਾਕਿਆ ਸੁਧਾਈ ਕਰਦੀ ਆ ਰਹੀ ਹੈ, ਪਰ ਚੁੱਪ ਚਪੀਤੇ ਸਿੱਖ ਜਗਤ ਨੂੰ ਇਸ ਗੱਲ ਬਾਰੇ ਹਨੇਰੇ ਵਿੱਚ ਰੱਖਿਆ ਗਿਆ। ਇਸ ਦੇ SGPC ਪਾਸ ਜਾਇਜ਼ ਤੇ ਵਾਜਬ ਕਾਰਨ ਵੀ ਹੋਣਗੇ। ਆਖਰਕਾਰ ਵਿਸ਼ਾ ਜਜ਼ਬਾਤੀ ਤੇ ਸੰਵੇਦਨਸ਼ੀਲ ਹੈ ਕਿ SGPC ਬਾਣੀ ਤਬਦੀਲ ਕਰ ਰਹੀ ਹੈ, ਇੱਕ ਐਸਾ ਇਲਜ਼ਾਮ ਹੈ ਜੋ ਲਾਉਣਾ ਔਖਾ ਤੇ ਲਾਉਣਾ ਔਖਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਜੋ ਵੀ ਵਿਅਕਤੀ ਇਹ ਕੋਸ਼ਿਸ਼ ਕਰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਚਲਿਤ ਬੀੜਾਂ ਵਿੱਚ ਜੋ ਅਸ਼ੁੱਧੀਆਂ ਹਨ ਉਹਨਾਂ ਦਾ ਹੱਲ ਲੱਭਣਾ ਚਾਹੀਦਾ ਹੈ ਤੇ ਕੋਸ਼ਿਸ਼ ਖੁੱਲ੍ਹੇ ਤੇ ਐਲਾਨੀਆ ਤੌਰ ਤੇ ਕਰਦਾ ਹੈ, ਤਾਂ ਉਸ ਵਿਅਕਤੀ ਨੂੰ SGPC ਦੇ ਕਹਿਰ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਦੋਨੋਂ ਕਾਰਵਾਈਆਂ, ਚੁੱਪ ਚਪੀਤੇ ਚੋਰੀ ਛਿਪੇ ਸੁਧਾਈ ਕਰਨੀ ਤੇ ਐਲਾਨੀਆ ਤੌਰ ਤੇ ਇਸ ਵਿਸ਼ੇ ਨੂੰ ਵਿਚਾਰਨ ਵਾਲੇ ਸਿੱਖਾਂ ਨੂੰ ਤਰਖਾਈਆ ਕਰਾਰ ਕਰਨਾ, ਪੰਥ ਤੋਂ ਨਿਕਾਲਣਾ ਤੇ ਕਿਤਾਬਾਂ ਤੇ ਪਾਬੰਦੀਆਂ ਲਾਉਣ ਦਾ ਕਹਿਰ ਵਰਤਾਉਣਾ, ਇਹ ਸਾਰੀਆਂ ਕਾਰਵਾਈਆਂ ਗਲਤ, ਨਾਜਾਇਜ਼ ਅਤੇ ਗੁਰਮਤਿ ਦੇ ਸਿਧਾਂਤਾਂ ਤੋਂ ਉਲਟ ਹਨ। ਇਹੋ ਜਿਹੇ ਗੰਭੀਰ ਤੇ ਜ਼ਰੂਰੀ ਮਾਮਲੇ ਬਾਰੇ ਸਿੱਖ ਜਗਤ ਨੂੰ ਅੰਧੇਰੇ ਵਿੱਚ ਰੱਖਣਾ ਪੰਥ ਨਾਲ ਧਰੋ ਕਮਾਉਣਾ ਹੈ, ਵਿਸ਼ਵਾਸਘਾਤ ਕਰਨਾ ਹੈ। SGPC ਨੂੰ ਚਾਹੀਦਾ ਹੈ ਕਿ ਇਹ ਸਭ ਕੁਝ ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਜੋ ਕੁਝ ਹੁਣ ਤੱਕ ਕੀਤਾ ਹੈ ਜਾਂ ਨਹੀਂ ਕੀਤਾ ਉਹ ਸਭ ਨੂੰ ਪੰਥ ਦੇ ਸਾਹਮਣੇ ਖੋਲ੍ਹ ਕੇ ਰੱਖੇ। ਤੋ ਪਿਆਰਿਓ, ਇਸ ਮਸਲੇ ਨੂੰ ਹੱਲ ਕਿਸ ਤਰ੍ਹਾਂ ਕੀਤਾ ਜਾਵੇ, ਪਰ ਇਸ ਤੋਂ ਪਹਿਲੇ ਤਾਜ਼ਾ ਹਾਲਤਾਂ ਬਾਰੇ ਕੁਝ ਵਿਚਾਰ ਦੀ ਜ਼ਰੂਰਤ ਹੈ। ਧਰਮਿੰਦਰ ਸਿੰਘ ਕਾਂਡ, ਪੰਥਕ ਮੀਟਿੰਗ, SGPC ਦੇ ਫੈਸਲੇ ਅਤੇ ਅਕਾਲ ਤਖਤ ਦੇ ਐਲਾਨ ਨੇ ਹੇਠਲੇ 5 ਨੁਕਤੇ ਜ਼ਾਹਰ ਕੀਤੇ ਹਨ। ਪਹਿਲਾ ਕਿ SGPC ਤੇ ਅਕਾਲ ਤਖਤ ਪੱਖਪਾਤੀ ਹੋ ਕੇ ਪੇਸ਼ ਆਏ ਹਨ।
ਧਰਮਿੰਦਰ ਸਿੰਘ ਤਨਖਾਹੀਆ ਕਰਾਰ ਕਰ ਦਿੱਤਾ, ਪਰ ਚੌਂਕ ਮਹਿਤਾ ਡੇਰਾ ਵਾਲੇ ਜਿਨ੍ਹਾਂ ਨੇ ਉਹੀਓ ਕੁਝ ਕੀਤਾ ਤੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਨ, ਉਹਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ। ਇਸ ਪੰਥਕ ਮੀਟਿੰਗ ਵਿੱਚ ਡੇਰਾ ਚੌਂਕ ਮਹਿਤਾ ਦੇ ਮੁਖੀ ਧਰਮਿੰਦਰ ਸਿੰਘ ਦੇ ਖਿਲਾਫ ਬੋਲਦੇ ਨਜ਼ਰ ਆਉਂਦੇ ਹਨ। ਸੋ ਇਹ ਸਾਡੀਆਂ ਪੰਥਕ ਸੰਸਥਾਵਾਂ ਦਾ ਮਕਰ ਤੇ ਪਖੰਡ ਹੈ, ਜਿਸ ਨੂੰ ਅੰਗਰੇਜ਼ੀ ਵਿੱਚ ਡਬਲ ਸਟੈਂਡਰਡ ਕਹਿੰਦੇ ਹਨ। ਹੁਣ ਜੇ SGPC ਨੂੰ ਵਾਕਿਆ ਡੇਰਾ ਚੌਂਕ ਮਹਿਤਾ ਵਾਲਾ ਤਰੀਕਾ ਚੁੱਪ ਚਪੀਤੇ ਚੋਰੀ ਛਿਪੇ ਸੁਧਾਈ ਤੇ ਛਪਾਈ ਕਰਨ ਵਾਲਾ ਮਾਡਲ ਪ੍ਰਵਾਨਿਤ ਹੈ, ਜੈਸੇ ਕਿ ਤੌੜੇ ਨੇ 1974 ਵਿੱਚ ਤਲਵਾੜਾ ਜੀ ਨੂੰ ਸਪਸ਼ਟ ਕੀਤਾ ਸੀ, ਤਾਂ ਫਿਰ ਸਾਨੂੰ ਇਸ ਮਕਰ ਤੇ ਪਖੰਡ ਦੀ ਸਮਝ ਸਹਿਜੇ ਹੀ ਆ ਜਾਵੇਗੀ। ਦੂਜਾ, SGPC ਪੰਥ ਵਿੱਚ ਆਪਣਾ ਇਤਬਾਰ ਤੇ ਵਿਸ਼ਵਾਸ ਗਵਾ ਚੁੱਕੀ ਹੈ। ਐਲਾਨ ਕੁਝ ਕਰਦੀ ਹੈ ਤੇ ਕਰਦੀ ਕੁਝ ਹੋਰ ਹੈ। 1962 ਵਿੱਚ SGPC ਨੇ ਹੱਥ ਲਿਖਤ ਬੀੜਾਂ ਦੇ ਉਤਾਰੇ ਕਰਨ ਤੇ ਪਾਬੰਦੀ ਲਗਾਈ ਸੀ, ਇਸ ਆਧਾਰ ਤੇ ਕਿ ਹੱਥ ਲਿਖਤ ਬੀੜਾਂ ਵਿੱਚ ਲੋੜ ਤੋਂ ਵੱਧ ਅਸ਼ੁੱਧੀਆਂ ਹੁੰਦੀਆਂ ਹਨ। ਪਰ 2007 ਵਿੱਚ SGPC ਨੇ ਦਰਬਾਰ ਸਾਹਿਬ ਦੀ ਉੱਪਰਲੀ ਮੰਜ਼ਿਲ ਤੇ ਇੱਕ ਨਵੀਂ ਲਿਖੀ ਹੱਥ ਲਿਖਤ ਬੀੜ ਪ੍ਰਵਾਨ ਕੀਤੀ, ਜੋ ਕਿ ਮਲੇਸ਼ੀਆ ਵਾਲੇ ਜਸਵੰਤ ਸਿੰਘ ਖੋਸਾ ਨੇ ਤਿਆਰ ਕੀਤੀ ਸੀ। ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੋਰਾਂ ਨੇ ਇਸ ਵਿੱਚ 350 ਤੋਂ ਉੱਪਰ ਗਲਤੀਆਂ ਕੱਢ ਕੇ ਚੇਪੀਆਂ ਲਗਵਾਈਆਂ। ਹੁਣ ਤਾਂ ਇਸ ਬੀੜ ਦਾ ਨਾਮ ਹੀ ਚੇਪੀਆਂ ਵਾਲੀ ਬੀੜ ਪੈ ਗਿਆ ਹੈ। ਤੀਜਾ, ਇਹ ਜਿਹੜੀਆਂ ਪੰਥਕ ਜਥੇਬੰਦੀਆਂ ਦਾ ਇਕੱਠ ਕੀਤਾ ਜਾਂਦਾ ਹੈ SGPC ਵੱਲੋਂ, ਸਵਾਲ ਪੈਦਾ ਹੁੰਦਾ ਹੈ ਕਿ ਇਹ ਕੌਣ ਹਨ? ਇਹਨਾਂ ਦੀ ਪੰਥ ਨੂੰ ਕੀ ਦੇਣਾ ਹੈ? ਜਿਹੜੇ ਪੰਥਕ ਅਪਰਾਧਾਂ ਦੇ ਖੁਦ ਦੋਸ਼ੀ ਹਨ, ਉਹ ਕਿਸੇ ਪੰਥਕ ਇਕੱਠ ਦੀ ਕਾਰਵਾਈ ਵਿੱਚ ਕਿਸ ਤਰ੍ਹਾਂ ਹਿੱਸਾ ਲੈ ਸਕਦੇ ਹਨ? ਚੌਥਾ, SGPC ਅਤੇ ਅਕਾਲ ਤਖਤ ਇਸ ਵਿਸ਼ੇ ਤੇ ਅਗਵਾਈ ਕਰਨ ਤੋਂ ਅਸਮਰੱਥ ਜਾਪਦੇ ਹਨ। ਪੰਜਵਾਂ, SGPC ਤੇ ਅਕਾਲ ਤਖਤ ਪਾਸ ਇਸ ਵਿਸ਼ੇ ਦਾ ਹੱਲ ਹੈ ਨਹੀਂ। ਧਰਮਿੰਦਰ ਸਿੰਘ ਨੂੰ ਤਨਖਾਹੀਆ ਕਰਾਰ ਕਰਨ ਤੋਂ ਇਲਾਵਾ 3 ਮਈ ਵਾਲੇ ਇਕੱਠ ਵਿੱਚ ਇਸ ਵਿਸ਼ੇ ਨੂੰ ਹੱਲ ਕਰਨ ਬਾਰੇ ਕੋਈ ਯੋਜਨਾ, ਤਰਕੀਬ ਜਾਂ ਵਿਉਂਤ ਨਹੀਂ ਐਲਾਨੀ। ਹਾਂ, ਹਫ਼ਤਾ ਬਾਅਦ ਅਕਾਲ ਤਖਤ ਵੱਲੋਂ ਐਲਾਨ ਹੋਇਆ ਕਿ ਇੱਕ ਖਾਸ ਕਮੇਟੀ ਬਣਾਈ ਜਾਵੇਗੀ ਇਸ ਮਸਲੇ ਨੂੰ ਵਿਚਾਰਨ ਲਈ। ਸੋ ਸਾਨੂੰ ਸਿੱਖਾਂ ਨੂੰ ਅਤੇ ਸਾਡੀਆਂ ਸੰਸਥਾਵਾਂ ਨੂੰ ਕੀ ਕਰਨਾ ਚਾਹੀਦਾ ਹੈ ਇਸ ਮਸਲੇ ਦੇ ਪ੍ਰਥਾਏ? ਪਹਿਲੇ ਇਹ ਵਿਚਾਰੀਏ ਕਿ ਕੀ ਨਹੀਂ ਕਰਨਾ ਚਾਹੀਦਾ। ਇਹ 4 ਕਦਮ ਨੇ ਜਿਹੜੇ ਸਾਨੂੰ ਬਿਲਕੁਲ ਨਹੀਂ ਪੁੱਟਣੇ ਚਾਹੀਦੇ। ਪਹਿਲੇ, ਕਮੇਟੀਆਂ ਤੇ ਸਬ ਕਮੇਟੀਆਂ ਦੀ ਕੋਈ ਲੋੜ ਨਹੀਂ। ਸਾਡੇ ਪਾਸ 1951 ਵਾਲੀ ਰਿਪੋਰਟ ਹੈ, 1977 ਵਾਲੀ ਰਿਪੋਰਟ ਅਤੇ 4 ਜਾਂ ਸ਼ਾਇਦ ਇਸ ਤੋਂ ਵੀ ਵੱਧ ਅਹਿਮ ਕਿਤਾਬਾਂ ਨੇ ਇਸ ਵਿਸ਼ੇ ਤੇ ਜੋ ਗੁਰਬਾਣੀ ਦੇ ਮਾਹਰ ਖੋਜੀਆਂ ਨੇ ਲਿਖੀਆਂ ਹਨ। SGPC ਨਾਲ ਸੰਬੰਧਿਤ ਇੱਕ ਕਹਾਵਤ ਹੈ, ਸਭ ਕਮੇਟੀ ਸਭ ਕੁਝ ਮਿੱਟੀ। ਭਾਵ ਜਿਸ ਵਿਸ਼ੇ ਤੇ ਖੁੱਲ੍ਹ ਕੇ ਮਿੱਟੀ ਪਾਉਣੀ ਹੁੰਦੀ ਹੈ ਨਾ, ਉਸ ਵਿਸ਼ੇ ਬਾਰੇ ਸਬ ਕਮੇਟੀ ਬਣਾ ਦਿਓ। 1966 ਵਿੱਚ ਅਕਾਲ ਤਖਤ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਇੱਕ ਕਮੇਟੀ ਸਥਾਪਿਤ ਕੀਤੀ ਸੀ ਇਸ ਵਿਸ਼ੇ ਨੂੰ ਪਰਚੋਲਣ ਲਈ। 1998 ਵਿੱਚ ਜਥੇਦਾਰ ਰਣਜੀਤ ਸਿੰਘ ਨੇ ਇੱਕ ਕਮੇਟੀ ਬਣਾਈ ਸੀ ਇਸ ਵਿਸ਼ੇ ਬਾਰੇ। 221 ਵਿੱਚ ਬੀਬੀ ਜਗੀਰ ਕੌਰ ਪ੍ਰਧਾਨ SGPC ਨੇ ਇੱਕ ਕਮੇਟੀ ਦਾ ਐਲਾਨ ਕੀਤਾ ਸੀ ਇਸੇ ਵਿਸ਼ੇ ਬਾਰੇ। ਇਹਨਾਂ ਕਮੇਟੀਆਂ ਦੀ ਸ਼ਾਇਦ ਇੱਕ ਵੀ ਇਕੱਤਰਤਾ ਨਹੀਂ ਹੋਈ, ਨਾ ਕੋਈ ਰਿਪੋਰਟ ਹੈ, ਨਾ ਕੋਈ ਸੁਝਾਅ। ਦੂਜਾ, ਜਿੱਥੇ ਕਮੇਟੀਆਂ ਤੇ ਸਬ ਕਮੇਟੀਆਂ ਦੀ ਲੋੜ ਨਹੀਂ, ਉੱਥੇ ਨਵੀਆਂ ਰਿਪੋਰਟਾਂ ਦੀ ਵੀ ਕੋਈ ਲੋੜ ਨਹੀਂ। ਤੀਜਾ, ਪੰਥਕ ਮੀਟਿੰਗਾਂ ਦੀ ਵੀ ਲੋੜ ਨਹੀਂ। ਇਹ ਇੱਕ ਗੁੰਝਲਦਾਰ, ਜਟਲ ਤੇ ਕਠਿਨ ਮਸਲਾ ਹੈ। ਪੰਥਕ ਮੀਟਿੰਗਾਂ ਦੇ ਵੱਸ ਦੀ ਗੱਲ ਨਹੀਂ। ਜਕਾਰੇ ਲਾਉਣ ਨਾਲ ਇਹ ਮਸਲਾ ਹੱਲ ਨਹੀਂ ਹੋਣ ਲੱਗਾ। ਵੈਸੇ ਵੀ ਅਜੋਕੀਆਂ ਪੰਥਕ ਮੀਟਿੰਗਾਂ ਹਮਖਿਆਲੀ ਲੋਕਾਂ ਦੇ ਇਕੱਠ ਤੋਂ ਇਲਾਵਾ ਹੋਰ ਕੁਝ ਨਹੀਂ ਰਹਿ ਗਈਆਂ। ਇਹ 6 ਕਦਮ ਨੇ ਜਿਹੜੇ ਸਾਨੂੰ ਪੁੱਟਣੇ ਚਾਹੀਦੇ ਨੇ। ਪਹਿਲਾ, SGPC ਅੱਗੇ ਮੰਗ ਕਰੀਏ ਕਿ ਉਹ ਪੰਥ ਅੱਗੇ ਸੱਚ ਬੋਲਣ ਤੇ ਪੰਥ ਦੀ ਤਸੱਲੀ ਕਰਾਉਣ। ਕਿ SGPC ਨੇ 1962 ਵਾਲੀ ਸੰਗਲੀ ਬੀੜ ਦੀ ਸੁਧਾਈ ਕਰਕੇ ਸਾਲ ਦੇ ਸਾਲ ਨਵੀਆਂ ਐਡੀਸ਼ਨਾਂ ਛਾਪੀਆਂ? SGPC
ਇਹ ਵੀ ਦੱਸੇ ਕਿ ਕਰਤਾਰਪੁਰੀ ਬੀੜ ਦੀ ਅਸਲੀਅਤ ਤੇ ਸਚਾਈ ਕੀ ਹੈ। ਉਹਨਾਂ ਸੋਢੀਆਂ ਪਾਸ ਕਿੰਨੀਆਂ ਕਰਤਾਰਪੁਰੀ ਬੀੜਾਂ ਹਨ। ਅਲੱਗ-ਅਲੱਗ ਖੋਜੀਆਂ ਨੂੰ ਵੱਖ-ਵੱਖ ਕਰਤਾਰਪੁਰੀ ਬੀੜਾਂ ਕਿਉਂ ਵਿਖਾਈਆਂ ਜਾਂਦੀਆਂ ਹਨ। ਦੂਜਾ, SGPC ਇਹ ਸਪਸ਼ਟ ਕਰੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਇਹ ਇਤਿਹਾਸਕ ਬੀੜਾਂ ਇੱਕ ਪੰਥਕ ਅਸਥਾਨ ਜੈਸੇ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਕਿਉਂ ਨਹੀਂ ਸੰਭਾਲੀਆਂ ਜਾਂਦੀਆਂ। ਇਹ ਪੁਰਾਤਨ ਇਤਿਹਾਸਕ ਖਜ਼ਾਨਾ ਦਰ-ਦਰ ਕਿਉਂ ਰੋਲ ਰਿਹਾ ਹੈ। ਇਹ ਬੀੜਾਂ ਨੂੰ ਡਿਜੀਟਾਈਜ਼ ਕਰਕੇ ਸਿੱਖ ਪੰਥ ਅੱਗੇ, ਖੋਜੀਆਂ ਅੱਗੇ, ਲਿਖਾਰੀਆਂ ਅੱਗੇ ਕਿਉਂ ਨਹੀਂ ਪੇਸ਼ ਕੀਤਾ ਜਾਂਦਾ। ਤੀਜਾ, ਇਹ ਖਿਆਲ ਕਿ ਗੁਰਬਾਣੀ ਵਿਚਲੀਆਂ ਅਸ਼ੁੱਧੀਆਂ ਵਾਲਾ ਮਸਲਾ ਬਹੁਤ ਨਾਜ਼ੁਕ, ਸੰਵੇਦਨਸ਼ੀਲ ਤੇ ਜਜ਼ਬਾਤੀ ਮਸਲਾ ਹੈ, ਇਹ ਖਿਆਲ ਸਾਨੂੰ ਛੱਡਣ ਦੀ ਲੋੜ ਹੈ। ਇਹ 21ਵੀਂ ਸਦੀ ਹੈ ਪਿਆਰਿਓ, ਤੇ ਸੰਨ 2022 ਚੱਲ ਰਿਹਾ ਹੈ। ਸਿੱਖ ਜਗਤ ਵਿੱਚ ਹਕੀਕਤ ਤੇ ਸੱਚਾਈ ਦਾ ਸਾਹਮਣਾ ਕਰਨ ਦੀ ਪੁਖਤਗੀ ਮੌਜੂਦ ਹੈ। ਸਾਡੀਆਂ ਸੰਸਥਾਵਾਂ ਵਿੱਚ ਸ਼ਾਇਦ ਨਾ ਹੋਵੇ, ਜੇ ਵਾਕਿਆ ਨਹੀਂ ਤਾਂ ਪੈਦਾ ਕਰਨੀ ਪਵੇਗੀ। ਚੌਥਾ, SGPC ਤੇ ਅਕਾਲ ਤਖਤ ਨੂੰ ਸਿੱਖ ਬੁੱਧੀਜੀਵੀਆਂ, ਲਿਖਾਰੀਆਂ, ਐਕੈਡਮਿਕਾਂ ਨੂੰ ਤਨਖਾਹੀਆ ਕਰਾਰ ਕਰਨੇ ਜਾਂ ਪੰਥ ਤੋਂ ਛੇਕਣ ਦੀ ਕਾਰਵਾਈ ਤੁਰੰਤ ਬੰਦ ਕਰਨੀ ਚਾਹੀਦੀ ਹੈ। ਆਹ ਇੱਕ ਤਸਵੀਰ ਹੈ ਡਾਕਟਰ ਪਿਆਰ ਸਿੰਘ ਦੀ, ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਵਿਭਾਗ ਦੇ ਪ੍ਰੋਫੈਸਰ ਸਨ। ਗੁਰਦੁਆਰਾ ਰਾਮਸਰ 1993 ਵਿੱਚ 80 ਸਾਲ ਦੀ ਉਮਰ ਵਿੱਚ ਜੁੱਤੀਆਂ ਸਾਫ਼ ਕਰਦਿਆਂ ਸੀ, ਜੋ ਕਿ ਉਹਨਾਂ ਨੂੰ ਪੰਥ ਵਿੱਚੋਂ ਛੇਕਣ ਜਾਂ ਨਿਕਾਲਣ ਦੇ ਸਜ਼ਾ ਦਾ ਹਿੱਸਾ ਸੀ। ਉਹਨਾਂ ਦਾ ਕਸੂਰ, ਉਹਨਾਂ ਨੇ ਆਪਣੀ ਪੁਸਤਕ ਗਾਥਾ ਸ੍ਰੀ ਆਦਿ ਗ੍ਰੰਥ ਲਿਖੀ ਤੇ ਛਪਵਾਈ, ਜਿਸ ਕਿਤਾਬ ਵਿੱਚ ਕਰਤਾਰਪੁਰੀ ਬੀੜ ਦੀ ਸਚਾਈ ਸਿੱਖ ਪੰਥ ਸਾਹਮਣੇ ਰੱਖੀ। 3 ਮਈ ਵਾਲੀ ਮੀਟਿੰਗ ਵਿੱਚ ਧਰਮਿੰਦਰ ਸਿੰਘ ਤਨਖਾਹੀਆ ਕਰਾਰ ਕੀਤਾ ਗਿਆ। ਨਾਲ ਗੁਰਬਾਣੀ ਦੇ ਖੋਜੀ ਡਾਕਟਰ ਓਵੰਕਾਰ ਸਿੰਘ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਤੇ ਕੰਮ ਕਰ ਰਹੇ ਹਨ, ਉਹਨਾਂ ਨੂੰ 5 ਜਥੇਦਾਰਾਂ ਦੇ ਦਸਤਖਤ ਵਾਲੀ ਇੱਕ ਚਿੱਠੀ ਘੱਲੀ ਗਈ ਕਿ ਉਹ ਆਪਣਾ ਸਾਰਾ ਕੰਮ ਬੰਦ ਕਰ ਦੇਣ। ਜਿਹੜੀਆਂ ਕੌਮਾਂ ਆਪਣੇ ਬੁੱਧੀਜੀਵੀਆਂ, ਲਿਖਾਰੀਆਂ, ਐਕੈਡਮਿਕਾਂ ਆਦਿ ਨਾਲ ਬੁਰਾ ਸਲੂਕ ਕਰਦੀਆਂ ਹਨ, ਉਹਨਾਂ ਦੀ ਅਗਵਾਈ ਆਖਰਕਾਰ ਗਵਾਰਾਂ ਦੇ ਹੱਥ ਹੀ ਆਉਂਦੀ ਹੈ। ਪੰਜਵਾਂ, ਗੁਰਬਾਣੀ ਦੇ ਖੋਜੀਆਂ, ਬੁੱਧੀਜੀਵੀਆਂ, ਲਿਖਾਰੀਆਂ, ਐਕੈਡਮਿਕਾਂ ਆਦਿ ਬਾਰੇ ਸਾਡਾ ਨਜ਼ਰੀਆ ਇਹ ਚਾਹੀਦਾ ਹੈ ਕਿ ਇਹ ਸਾਰੇ ਇਸ ਪੰਥਕ ਮਸਲੇ ਦੇ ਹੱਲ ਦਾ ਹਿੱਸਾ ਹਨ। ਵੱਧ ਤੋਂ ਵੱਧ ਗੁਰਬਾਣੀ ਦੇ ਖੋਜੀਆਂ ਸਮੇਤ ਧਰਮਿੰਦਰ ਸਿੰਘ ਅਤੇ ਉਹਨਾਂ ਦੇ ਸਿੱਖ ਬੁੱਕ ਕਲੱਬ ਵਾਲੀ ਟੀਮ ਨੂੰ SGPC ਨਾਲ ਰਲ ਕੇ ਕੰਮ ਕਰਨ ਦਾ ਅਵਸਰ ਤੇ ਮੌਕਾ ਦੇਣ ਦੀ ਜ਼ਰੂਰਤ ਹੈ, ਨਾ ਕਿ ਛੇਕਣ ਦੀ। ਅਤੇ 6ਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਪੀੜਾਂ ਵਿੱਚ ਆ ਚੁੱਕੀਆਂ ਅਸ਼ੁੱਧੀਆਂ ਦਾ ਸੱਚ ਉਭਾਰਨ ਦੀ ਲੋੜ ਹੈ, ਨਾ ਕਿ ਇਸ ਹਕੀਕਤ ਤੇ ਪਰਦੇ ਪਾਉਣ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਲਈ ਸਰਬ ਉੱਤਮ, ਸਿਰਮੌਰ, ਅਵਲ ਤੇ ਪ੍ਰਮੁੱਖ ਹਨ। ਸਚਾਈ ਇਸ ਪ੍ਰਮੁੱਖਤਾ ਅਤੇ ਅਵਲਤਾ ਨੂੰ ਕਾਇਮ ਰੱਖੇਗੀ। ਇਸ ਹਕੀਕਤ ਨੂੰ ਠੁਕਰਾਉਣਾ, ਚੁੱਪ ਚਪੀਤੇ, ਚੋਰੀ ਛਿਪੇ, ਸੁਧਾਈ ਤੇ ਛਪਾਈ ਕਰਨੀ ਆਦਿ ਗੁਰਬਾਣੀ ਦੀ ਪ੍ਰਮੁੱਖਤਾ ਤੇ ਅਵਲਤਾ ਬਾਰੇ ਅਹਿਮ ਸਵਾਲ ਤੇ ਬੇਸ਼ੁਮਾਰ ਸ਼ੰਕੇ ਖੜੇ ਕਰੇਗੀ। ਅਜਿਹਾ ਕਦੀ ਵੀ ਹੋਣ ਨਹੀਂ ਦੇਣਾ ਚਾਹੀਦਾ। ਇਸ ਵੀਡੀਓ ਦਾ ਅਖੀਰਲਾ ਨੁਕਤਾ ਇਹ ਹੈ ਕਿ ਪੰਥ ਇਸ ਮਸਲੇ ਦਾ ਹੱਲ ਕਿਵੇਂ ਕਰੇ। ਇਸ ਹਕੀਕਤ ਨੂੰ ਧਿਆਨ ਵਿੱਚ ਰੱਖਦਿਆਂ ਕਿ ਅਸਲੀ ਪੋਥੀ ਸਾਹਿਬ ਅਤੇ ਅਸਲੀ ਦਮਦਮੀ ਬੀੜ ਸਾਡੇ ਪਾਸ ਹੈ ਨਹੀਂ, ਭਾਵ ਸਾਡੇ ਪਾਸ ਕਸਵੱਟੀ ਹੈ ਨਹੀਂ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀਆਂ ਅਸ਼ੁੱਧੀਆਂ ਕਿਸ ਤਰ੍ਹਾਂ ਸੋਧੀਆਂ ਜਾਣ। ਬੁਨਿਆਦੀ ਜਾਂ ਮੂਲ ਰੂਪ ਵਿੱਚ 2 ਤਰੀਕੇ ਹਨ। ਪਹਿਲਾ ਇਹ ਹੈ ਕਿ ਸੁਧਾਈ ਦੇ ਯਤਨਾਂ ਲਈ 1 ਜਾਂ 2 ਨਹੀਂ, ਬਲਕਿ ਅਨੇਕਾਂ ਪੁਰਾਤਨ ਬੀੜਾਂ ਦਾ ਸਹਾਰਾ ਲੈਣਾ ਚਾਹੀਦਾ ਜਾਂ ਲੈਣਾ ਪਵੇਗਾ। ਅਜਿਹਾ ਕਰਨਾ ਉਚਿਤ ਹੈ ਕਿਉਂਕਿ ਅਜਿਹੇ ਤਰੀਕੇ ਨਾਲ ਕੀਤੀ ਸੁਧਾਈ ਭਰੋਸੇਮੰਦ, ਇਤਬਾਰੀ ਅਤੇ ਮੰਨਣਯੋਗ ਹੋਵੇਗੀ। ਦਰਅਸਲ ਇਹ ਕੰਮ 1977 ਵਾਲੀ ਕਮੇਟੀ ਨੇ ਕੀਤਾ ਹੋਇਆ ਹੈ। ਸੋ ਹੁਣ ਜ਼ਰੂਰਤ ਸਾਨੂੰ ਇਹ ਹੀ ਹੈ ਕਿ ਇਹ 1977 ਵਾਲੀ ਰਿਪੋਰਟ ਲਾਗੂ ਕੀਤੀ ਜਾਵੇ। ਦੂਜਾ ਤਰੀਕਾ ਉਹ ਹੈ ਜੋ ਗੁਰਬਾਣੀ ਦੇ ਖੋਜੀਆਂ ਨੇ ਸਾਡੇ ਅੱਗੇ ਰੱਖਿਆ, ਜੈਸੇ ਕਿ
ਪ੍ਰਿੰਸੀਪਲ ਹਰਭਜਨ ਸਿੰਘ ਅਤੇ ਪ੍ਰਿੰਸੀਪਲ ਸਤਨਾਮ ਸਿੰਘ ਹੋਰਾਂ ਨੇ ਆਪਣੀ ਪੁਸਤਕ ਗੁਰਬਾਣੀ ਸੰਪਾਦਨ ਨਿਰਣੈ ਵਿੱਚ ਪੇਸ਼ ਕੀਤਾ। ਅਨੇਕਾਂ ਹੋਰ ਗੁਰਬਾਣੀ ਦੇ ਵਿਦਵਾਨ ਜੈਸੇ ਕਿ ਗਿਆਨੀ ਜਗਤਾਰ ਸਿੰਘ ਤਲਵਾੜਾ ਜੀ, वेदांती जी, प्रोफैसर ਮਨਿੰਦਰਪਾਲ ਸਿੰਘ ਜੁਝਾਰ ਸਿੱਖ ਮਿਸ਼ਨਰੀ ਕਾਲਜ ਵਾਲੇ ਅਤੇ ਗਿਆਨੀ ਅਵਤਾਰ ਸਿੰਘ ਜਲੰਧਰ ਵਾਲੇ ਅਤੇ ਅਨੇਕਾਂ ਹੋਰ ਹਨ। ਇਹਨਾਂ ਸਾਰਿਆਂ ਨੇ ਗੁਰਬਾਣੀ ਲਿਖਣ ਸ਼ੈਲੀ ਅਤੇ ਗੁਰਬਾਣੀ ਵਿਆਕਰਣ ਬਾਰੇ ਵਿਸਥਾਰ ਨਾਲ ਖੋਜ ਸਾਡੇ ਸਾਹਮਣੇ ਰੱਖੀ ਹੈ। ਇਹਨਾਂ ਸਾਰਿਆਂ ਦਾ ਮੁੱਢਲਾ ਆਦੇਸ਼ ਇਹ ਹੈ ਕਿ ਜੇ ਅਸੀਂ ਗੁਰਬਾਣੀ ਦੀ ਬਣਤਰ, ਬੰਦਸ਼, ਲਿਖਣ ਸ਼ੈਲੀ, ਕਾਵਿ ਰਚਨਾ, ਵਿਆਕਰਣ ਆਦਿ ਨੂੰ ਸਮਝ ਲਵਾਂਗੇ ਤਾਂ ਗੁਰਬਾਣੀ ਵਿਚਲੀਆਂ ਅਸ਼ੁੱਧੀਆਂ ਉਭਰ ਕੇ ਸਾਡੇ ਸਾਹਮਣੇ ਆ ਜਾਣਗੀਆਂ। ਇਹ ਕੰਮ ਵਿਦਵਾਨਾਂ ਤੇ ਖੋਜੀਆਂ ਦਾ ਹੈ। ਦਰਅਸਲ ਉਪਰੋਕਤ ਦੱਸੇ ਦੋਨੋਂ ਤਰੀਕੇ ਇੱਕ ਦੂਜੇ ਦੇ ਵਿਰੋਧੀ ਨਹੀਂ ਬਲਕਿ ਸਹਾਇਕ ਹਨ, ਜਿਸ ਦਾ ਮਤਲਬ ਇਹ ਹੋਇਆ ਕਿ ਦੋਨੋਂ ਤਰੀਕੇ ਨਾਲੋਂ ਨਾਲ ਇਕੱਠੇ ਅਪਣਾਏ ਜਾ ਸਕਦੇ ਹਨ। ਅਸੀਂ ਇਹ ਕਹਿ ਸਕਦੇ ਹਾਂ ਕਿ ਹੱਲ ਕਰਨ ਵਾਲੇ ਮਾਰਗ ਦੀਆਂ ਰੁਕਾਵਟਾਂ ਵੀ ਅਣਗਿਣਤ ਹਨ। ਪੰਥ ਦੀ ਅਗਵਾਈ ਬੇਹੱਦ ਕਮਜ਼ੋਰ ਹੈ। ਪੰਥ ਵਿੱਚ ਵੱਡੀਆਂ ਵੀ ਬਹੁਤ ਪੈ ਚੁੱਕੀਆਂ ਹਨ ਅਤੇ ਸਿਆਸਤ ਦਾ ਬੋਲਬਾਲਾ ਵੀ ਜ਼ੋਰਾਂ 'ਤੇ ਹੈ। ਨਾਲ ਇਹ ਵੀ ਮਸਲਾ ਹੈ ਕਿ SGPC ਅਤੇ ਅਕਾਲ ਤਖਤ ਉੱਤੇ ਡੇਰਿਆਂ, ਟਕਸਾਲਾਂ ਅਤੇ ਸੰਤ ਸਮਾਜ ਦਾ ਨਾਮੁਨਾਸਿਬ ਪ੍ਰਭਾਵ ਹੈ। ਪੰਥ ਵਿੱਚ ਅਕਾਲ ਤਖਤ ਅਤੇ SGPC 'ਤੇ ਵਿਸ਼ਵਾਸ, ਯਕੀਨ ਅਤੇ ਨਿਸ਼ਚਾ ਦਿਨੋਂ ਦਿਨ ਘਟਦਾ ਜਾ ਰਿਹਾ ਹੈ। ਆਮ ਸਿੱਖਾਂ ਦਾ ਖਿਆਲ ਇਹ ਬਣਿਆ ਹੋਇਆ ਹੈ ਕਿ ਇਹਨਾਂ ਸੰਸਥਾਵਾਂ ਦੀ ਵਾਂਗਡੋਰ ਸਿਆਸੀ ਲੋਕਾਂ ਦੇ ਹੱਥ ਵਿੱਚ ਹੈ। ਪੰਥਕ ਮਾਮਲਿਆਂ ਵਿੱਚ ਮਿਸ਼ਨਰੀ ਕਾਲਜਾਂ ਵਿਚਲੇ ਗੁਰਬਾਣੀ ਦੇ ਮਾਹਰ ਸਿੱਖਾਂ ਨੂੰ ਪਾਸੇ ਜਾਂ ਲਾਂਭੇ ਕੀਤਾ ਜਾ ਰਿਹਾ ਹੈ। ਹੋਰ ਵੀ ਕਈ ਮਸਲੇ ਹਨ। ਅਸੀਂ ਕਹਿ ਸਕਦੇ ਹਾਂ ਕਿ ਉਪਰੋਕਤ ਦੱਸੇ ਮਸਲਿਆਂ ਦਾ ਸਦਕਾ ਗੁਰਬਾਣੀ ਵਿੱਚ ਪੈ ਚੁੱਕੀਆਂ ਅਸ਼ੁੱਧੀਆਂ ਦਾ ਹੱਲ ਲੱਭਣ ਦੀ ਸੰਭਾਵਨਾ ਨਾਮੁਮਕਿਨ ਹੈ ਅਤੇ ਜੇ ਹੱਲ ਲੱਭ ਵੀ ਲਿਆ ਤਾਂ ਸਾਰੇ ਪੰਥ ਨੇ ਇਸ ਨੂੰ ਪ੍ਰਵਾਨ ਕਰਨ ਦੀ ਸੰਭਾਵਨਾ ਵੀ ਨਾਮੁਮਕਿਨ ਹੈ। ਪਰ ਸਾਨੂੰ ਸਮਝਣਾ ਚਾਹੀਦਾ ਹੈ ਕਿ ਗੁਰਬਾਣੀ ਦੀ ਸ਼ੁੱਧ ਛਪਾਈ ਗੁਰਮਤਿ ਸਿਧਾਂਤਾਂ ਅਤੇ ਸਿੱਖੀ ਜੀਵਨ ਦੇ ਭਵਿੱਖ ਦਾ ਸਭ ਤੋਂ ਵੱਡਾ ਤੇ ਮੁੱਢਲਾ ਪੰਥਕ ਆਧਾਰ ਹੈ। ਸਾਡੀਆਂ ਪੰਥਕ ਸੰਸਥਾਵਾਂ ਗੁਰਬਾਣੀ ਦੀ ਸ਼ੁੱਧ ਛਪਾਈ ਵਾਲੀ ਜ਼ਿੰਮੇਵਾਰੀ ਨਿਭਾਉਣ ਵਿੱਚ ਫੇਲ ਹਨ, ਜਿਸ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਉਹਨਾਂ ਨੂੰ ਫੇਲ ਹੋਣ ਦਿੱਤਾ। ਅਸੀਂ ਇਹਨਾਂ ਸੰਸਥਾਵਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਇਹ ਸੰਸਥਾਵਾਂ ਤਾਂ ਸੁਧਰਨਗੀਆਂ ਜੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਵਾਂਗੇ, ਤੇ ਐਸਾ ਤਾਂ ਹੋਵੇਗਾ ਜੇ ਅਸੀਂ ਗੁਰਬਾਣੀ ਦੀ ਸ਼ੁੱਧ ਛਪਾਈ ਵਾਲੇ ਵਿਸ਼ੇ ਤੋਂ ਜਾਣੂ ਤੇ ਜਾਗਰਤ ਹੋਵਾਂਗੇ। ਇਹ ਵੀਡੀਓ ਐਸੀ ਜਾਗਰਤਾ ਲਿਆਉਣ ਲਈ ਇੱਕ ਉਪਰਾਲਾ ਹੈ। ਧੰਨਵਾਦ।